सावन सरसी कामनी चरण कमल स्यों प्यार। मन तन रता सच रंग इको नाम आधार। सावन सरसी कामनी चरण कमल स्यों प्यार। मन तन रता सच रंग इको नाम आधार। वाहिगुरु जी का खालसा वाहिगुरु जी की फतेह। गरीब नवाज पतत पावन कृपा के खजाने कलयुगी जीवां दे उद्धार करता शब्दा अवतार सतगुरु तख्त चबर छत्र दे मालिक धन धन सतगुरु श्री गुरु ग्रंथ साहिब जी महाराज सतगुरां दी पावन पवित्र हजूरी अंदर सज बैठी सज नवाजी गुरु स्वरूप खालसा साध संगत जी। आप आपां वड्डे भागां वाले हो रहे हैं। सतगुरां दे पावन दरबार की हाजरी भर के गुरुदेव जी के दर्शन करके गुरु की संगत करके गुरबाणी कीर्तन सरवण करके वडभागे समय का लाहा प्राप्त हो रहा है। हफ्तावारी अते नाल नाल जो अज संग्राम का पुरब है सो सतगुरु महाराज जी की पावन पवित्र हजूरी अंदर दीवान सजे ने। नितनेम अनुसार सोदर श्री रहरा साहब जी के पाठ सोदर की चौंकी अरदास बेनती श्री मुखवाग हजूरी रागी पासों जथे पासों आपां रस भिन्ना गुरु की बाणी का कीर्तन सरवण किया है। सतगुरु सच्चे पातशाह जी ने ये महान रहमत कलयुगी जीवां दे उत्ते तरस रखदियां तरस करदियां ये नाम बाणी जो गुरु है शब्द गुरु है सतगुरां ने शब्द गुरु दे नाल जोड़िया ते गुरु की संगत करन दा हुक्म कीता कि कलयुग के समय दे विच इस मनुखा जन्म दे विच रह के जिहड़ा जीव का संसार रूपी समुद्र तो पार होने का यतन है वो केवल एक ही है गुरु की संगत। मेरे माधव जी सतसंगत मिले सो तरिया जिहड़ा गुरु की संगत के नाल मिल के बैठता है गुरु की बाणी नूं गुरु के बचनां नूं उपदेश नूं सुन के धार्मिक हुंदा है ਉਹਦਾ संसार रूपी समुद्र तो मनुखा जन्म में भी सफल हो जाता है ते संसार रूपी समुद्र तो पार उतारा हो जाता है। वड्डिया भागां वाले गुरु की संगत दे विच पहुंचते हैं। भागां तो बगैर गुरु की संगत की प्राप्ति नहीं है। गुरु अर्जन देव सच्चे पातशाह जी नूं
ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਜਿਸ ਦੇ ਉੱਤੇ ਪਰਮੇਸ਼ਰ ਪ੍ਰਸੰਨ ਹੁੰਦਾ ਹੈ, ਜਦੋਂ ਖੁਸ਼ ਹੁੰਦਾ ਹੈ ਕਿਸੇ ਮਨੁੱਖ ਜੀਵ ਦੇ ਉੱਤੇ, ਉਹਨੂੰ ਕੀ ਬਖਸ਼ਿਸ਼ ਕਰਦਾ ਹੈ, ਕੀ ਹਾਸਲ ਦਿੰਦਾ ਹੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਜੇ ਠਾਕੁਰ ਸੋ ਪ੍ਰਸੰਨ ਭਇਓ, ਸਤ ਸੰਗਤ ਤੇ ਪਿਆਰ। ਮਹਾਰਾਜ ਕਹਿੰਦੇ ਜਿਹਦੇ ਉੱਤੇ ਰੱਬ ਖੁਸ਼ ਹੋ ਜਾਵੇ, ਅਕਾਲ ਪੁਰਖ ਵਾਹਿਗੁਰੂ ਖੁਸ਼ ਹੋਵੇ ਨਾ, ਉਹਦੇ ਹਿਰਦੇ ਦੇ ਵਿੱਚ ਸਤ ਸੰਗਤ ਦੇ ਪ੍ਰਥਾਏ ਪਿਆਰ ਪ੍ਰਗਟ ਕਰ ਦਿੰਦਾ ਹੈ, ਸ਼ਰਧਾ ਭਾਵਨਾ ਪ੍ਰਗਟ ਕਰ ਦਿੰਦਾ ਹੈ। ਜੇ ਠਾਕੁਰ ਸੋ ਪ੍ਰਸੰਨ ਭਇਓ, ਸਤ ਸੰਗਤ ਤੇ ਪਿਆਰ। ਉਹਨੂੰ ਗੁਰੂ ਕੀ ਸੰਗਤ ਦਾ ਪਿਆਰ ਬਖਸ਼ਿਸ਼ ਕਰ ਦਿੰਦਾ, ਉਹ ਗੁਰੂ ਕੀ ਸੰਗਤ ਦੇ ਨਾਲ ਪਿਆਰ ਕਰਨ ਲੱਗ ਪੈਂਦਾ ਹੈ, ਗੁਰੂ ਕੀ ਸੰਗਤ ਦੇ ਵਿੱਚ ਆਉਣਾ ਸ਼ੁਰੂ ਕਰ ਦਿੰਦਾ ਹੈ, ਨਾਮ ਬਾਣੀ ਨੂੰ ਸਰਵਣ ਕਰਨਾ ਸ਼ੁਰੂ ਕਰ ਦਿੰਦਾ ਹੈ। ਗੁਰੂ ਰਾਮਦਾਸ ਸਾਹਿਬ ਜੀ ਨੂੰ ਵੀ ਸਿੱਖਾਂ ਨੇ ਪੁੱਛਿਆ ਸੀ, ਬੇਨਤੀ ਕੀਤੀ ਸੀ, ਮਹਾਰਾਜ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਆਪ ਜੀ ਤੱਕ ਬਹੁਤ ਵੱਡਾ ਇਹੋ ਹੀ ਉਪਦੇਸ਼ ਹੈ ਕਿ ਸੰਗਤ ਦੇ ਵਿੱਚ ਆਓ, ਸੰਗਤ ਦੇ ਨਾਲ ਜੁੜੋ, ਪਾਰ ਉਤਾਰਾ ਹੋਵੇਗਾ। ਮਹਾਰਾਜ ਜੇ ਕੋਈ ਸੰਗਤ ਦੇ ਵਿੱਚ ਨਹੀਂ ਆਉਂਦਾ, ਜੇ ਗੁਰੂ ਕੀ ਸੰਗਤ ਦਾ ਕੋਈ ਨੇੜ ਨਹੀਂ ਕਰਦਾ, ਉਸ ਦੇ ਪ੍ਰਥਾਏ ਆਪ ਜੀ ਦਾ ਕੀ ਬਚਨ ਹੈ। ਆਪਾਂ ਰੋਜ਼ ਸੁਣਦੇ ਹਾਂ, ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਮਹਾਰਾਜ ਕਹਿਣ ਲੱਗੇ, ਕਿਸੇ ਦਾ ਕੀ ਜਾਣਾ ਹੈ, ਜਿਹੜਾ ਨਹੀਂ ਗੁਰੂ ਕੀ ਸੰਗਤ ਦੇ ਵਿੱਚ ਆਉਂਦਾ, ਉਹਨੂੰ ਇਹ ਸਮਝੋ ਕਿ ਉਹਦਾ ਦੁਨੀਆ ਤੇ ਆਉਣਾ ਤ੍ਰਿਕਾਰ ਹੈ, ਨਿਕੰਮਾ ਹੈ, ਕਿਸੇ ਕਾਜ ਨਹੀਂ ਹੈ, ਕਿਸੇ ਉਹ ਲੇਖੇ ਦੇ ਵਿੱਚ ਨਹੀਂ ਹੈ, ਜਿਹੜਾ ਗੁਰੂ ਕੀ ਸੰਗਤ ਦੇ ਵਿੱਚ ਨਹੀਂ ਆਊਗਾ। ਗੁਰੂ ਅਰਜਨ ਦੇਵ ਜੀ ਨੂੰ ਪੁੱਛਿਆ ਸੀ, ਮਹਾਰਾਜ ਜਿਹੜਾ ਸੰਗਤ ਦੇ ਵਿੱਚ ਨਹੀਂ ਆਉਂਦਾ, ਉਸ ਦੇ ਬਾਰੇ ਆਪ ਜੀ ਦਾ ਕੀ ਖਿਆਲ ਹੈ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਸਾਧ ਸੰਗ ਕੇ ਨਾਹੀ ਨੇਰ, ਲੱਖ 84 ਭਰਮ ਦਾ ਫੇਰ। ਕਹਿਣ ਲੱਗੇ, ਜਿਹੜਾ ਗੁਰੂ ਕੀ ਸੰਗਤ ਦਾ ਨੇੜ ਨਹੀਂ ਕਰਦਾ, ਉਹਦੇ ਵਾਸਤੇ 84 ਲੱਖ ਜੂਨ ਜਿਹੜੀ ਫੇਰ ਚਾਲੂ ਹੈ, ਵੱਟ ਤੇ ਪਈ ਹੈ। ਸਾਧ ਸੰਗਤ ਕੈ ਨਾਹੀ ਨੇਰ, ਲੱਖ 84 ਭਰਮ ਦਾ ਫੇਰ। ਜਿਹੜਾ ਗੁਰੂ ਕੀ ਚਲਾਈ ਹੋਈ ਮਰਜ਼ਾਦਾ ਤੇ ਨਹੀਂ ਆਉਂਦਾ, ਗੁਰੂ ਕੀ ਸੰਗਤ ਦੇ ਵਿੱਚ ਨਹੀਂ ਆਉਂਦਾ, ਗੁਰੂ ਦੇ ਬਚਨ ਨੂੰ ਨਹੀਂ ਮੰਨਦਾ, ਉਹਦੇ ਵਾਸਤੇ 84 ਲੱਖ ਜੂਨ ਫੇਰ ਖੜੀ ਹੈ। ਮਹਾਰਾਜ ਬੜੇ ਲੋਕਾਂ ਦੇ, ਪ੍ਰੇਮੀਆਂ ਦੇ, ਕਈਆਂ ਦੇ ਖਿਆਲ ਹੈ, ਘਰ ਦੇ ਵਿੱਚ ਬਿਪਤਾ ਬੜੀ ਰਹਿੰਦੀ ਹੈ, ਦੁੱਖ ਕਲੇਸ਼ ਬੜਾ ਰਹਿੰਦਾ ਹੈ, ਤੇ ਮਹਾਰਾਜ ਇਸ ਦੇ ਬਾਰੇ ਆਪ ਜੀ ਕਿਰਪਾ ਕਰਕੇ ਦੱਸੋ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਕਿ ਬਿਪਤ ਤਾਹਾਂ ਜਹਾਂ ਹਰ ਸਿਮਰਨ ਨਾਹੀ। ਭਲੇ ਉੱਥੇ ਬਿਪਤਾ ਆਉਂਦੀ ਹੈ ਜਿਸ ਘਰ ਦੇ ਵਿੱਚ ਸਿਮਰਨ ਨਹੀਂ ਹੈ, ਦੁੱਖ ਕਲੇਸ਼ ਉੱਥੇ ਹੈ ਜਿੱਥੇ ਗੁਰੂ ਨੂੰ ਯਾਦ ਨਹੀਂ ਕੀਤਾ ਜਾਂਦਾ, ਰੱਬ ਨੂੰ ਯਾਦ ਨਹੀਂ ਕੀਤਾ ਜਾਂਦਾ। ਜਿਸ ਘਰ ਦੇ ਵਿੱਚ ਵਾਹਿਗੁਰੂ ਦਾ ਸਿਮਰਨ ਨਹੀਂ ਹੈ, ਬਿਪਤ ਤਾਹਾਂ ਜਹਾਂ ਹਰ ਸਿਮਰਨ ਨਾਹੀ, ਕੋਟ ਆਨੰਦ ਜੈ ਹਰ ਗੁਣ ਗਾਹੀ। ਮਹਾਰਾਜ ਕਹਿੰਦੇ ਕਿ ਉਸ ਘਰ ਦੇ ਵਿੱਚ ਕਰੋੜਾਂ ਆਨੰਦ ਖੁਸ਼ੀਆਂ ਹੁੰਦੇ ਨੇ, ਜਿੱਥੇ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਗਾਇਆ ਜਾਵੇ, ਉੱਥੇ ਕੋਈ ਬਿਪਤਾ ਨਹੀਂ ਆਉਂਦੀ। ਜੇ ਬਿਪਤਾ ਆ ਵੀ ਜਾਵੇ, ਦੁੱਖ ਕਲੇਸ਼ ਆ ਜਾਵੇ, ਤੇ ਨਾਮ ਦੇ ਪ੍ਰਤਾਪ ਦੇ ਨਾਲ ਉਸ ਨੂੰ ਝੱਲਣ ਵਾਸਤੇ ਸਮਰੱਥਾ ਹੋ ਜਾਂਦੀ, ਉਹਦੇ ਵਿੱਚ ਬਲ ਆ ਜਾਂਦਾ ਹੈ। ਐਸੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ
ਕਲਯੁਗੀ ਜੀਵਾਂ ਦੇ ਉੱਤੇ ਇਹ ਰਹਿਮਤ ਕੀਤੀ ਹੈ, ਬਖਸ਼ਿਸ਼ ਕੀਤੀ ਹੈ। ਮਹਾਰਾਜ ਦੁਨੀਆ ਦੇ ਵਿੱਚ ਬੜੇ ਸੁੰਦਰ ਲੋਕ ਨੇ, ਇਹ ਜਿਹੜੀ ਪ੍ਰਭੂ ਪਰਮੇਸ਼ਰ ਨੇ ਰਚਨਾ ਬਣਾਈ ਹੈ ਬੜੇ ਸੁੰਦਰ ਨੇ ਸਾਰੇ। ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸਿੱਖਾਂ ਨੇ ਪੁੱਛਿਆ, ਮਹਾਰਾਜ ਆਪ ਜੀ ਦੇ ਖਿਆਲ ਦੇ ਵਿੱਚ ਦੁਨੀਆ ਦੇ ਵਿੱਚ ਸੋਹਣਾ ਸੁੰਦਰ ਕੌਣ ਹੈ? ਆਪ ਜੀ ਸੋਹਣਾ ਕਿਹਨੂੰ ਸਮਝਦੇ ਹੋ, ਪਿਆਰਾ ਕਿਹਨੂੰ ਸਮਝਦੇ ਹੋ? ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣ। ਮਹਾਰਾਜ ਕਹਿਣ ਲੱਗੇ, ਸਾਨੂੰ ਤਾਂ ਦੁਨੀਆ ਦੇ ਵਿੱਚ ਭਾਵੇਂ ਕਰੋੜਾਂ ਕੋਈ ਸੋਹਣਾ ਹੋਵੇ, ਬਲੀ ਹੋਵੇ, ਜੋ ਮਰਜ਼ੀ ਹੋਵੇ, ਪਰ ਮਹਾਰਾਜ ਕਹਿੰਦੇ ਸਾਨੂੰ ਤਾਂ ਉਹ ਹੀ ਸੋਹਣਾ ਪਿਆਰਾ ਲੱਗਦਾ ਜਿਹੜਾ ਸਾਧ ਸੰਗਤ ਦੇ ਵਿੱਚ ਆਣ ਕੇ ਬੈਠਦਾ ਹੈ। ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣ। ਜਿਹੜਾ ਗੁਰੂ ਕੀ ਸੰਗਤ ਦੇ ਵਿੱਚ ਆਣ ਕੇ ਬੈਠਦਾ ਹੈ ਨਾ, ਗੁਰੂ ਦੇ ਗੁਣਾਂ ਨੂੰ ਯਾਦ ਕਰਦਾ ਹੈ, ਸੁਣਦਾ ਹੈ, ਪਿਆਰ ਕਰਦਾ, ਸਾਨੂੰ ਮਹਾਰਾਜ ਕਹਿਣ ਲੱਗੇ ਉਹ ਹੀ ਸੋਹਣਾ ਲੱਗਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਮਹਾਨ ਰਹਿਮਤ ਬਖਸ਼ਿਸ਼ ਕੀਤੀ ਹੈ। ਅੱਜ ਸੰਗਰਾਂਦ ਦਾ ਪੁਰਬ ਹੈ, ਸਾਵਣ ਦਾ ਮਹੀਨਾ ਪ੍ਰਕਾਸ਼ ਹੋਇਆ ਹੈ। ਉੱਥੇ ਨਾਲ ਨਾਲ ਮਹਾਨ ਗੁਰਸਿੱਖ ਨਾਮ ਦੇ ਰਸਮੀ ਪਿਆਰੇ ਭਾਈ ਤਾਰੂ ਸਿੰਘ ਜੀ, ਜਿਨ੍ਹਾਂ ਨੂੰ ਜਲਾਦਾਂ ਨੇ, ਮੁਸਲਮਾਨਾਂ ਨੇ ਸੀਸ ਤੋਂ ਜਿਹੜੀ ਉਹ ਖੋਪੜੀ ਲਾ ਕੇ ਸ਼ਹੀਦ ਕੀਤਾ ਸੀ, ਉਹ ਅੱਜ ਭਾਈ ਤਾਰੂ ਸਿੰਘ ਦਾ ਵੀ ਸ਼ਹੀਦੀ ਦਿਨ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਸਜੇ ਹੋਏ ਸੀ। ਗੁਰੂ ਅਰਜਨ ਦੇਵ ਮਹਾਰਾਜ ਬੇਅੰਤ ਸਿੰਘ ਸੰਗਤਾਂ ਸਤਿਗੁਰਾਂ ਦੇ ਪਾਸ ਹੈ। ਇੱਕ ਵਿਦਵਾਨ ਪੰਡਿਤ ਚੱਲ ਕੇ ਆਇਆ, ਉਹਨੇ ਬੇਨਤੀ ਕੀਤੀ ਮਹਾਰਾਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ, ਮਹਾਰਾਜ ਮੈਂ ਵਿਦਿਆ ਬਹੁਤ ਪੜ੍ਹੀ, ਮੈਨੂੰ ਧਾਰਮਿਕ ਗ੍ਰੰਥਾਂ ਦੀ ਕਥਾ ਕਰਨੀ ਆਉਂਦੀ ਹੈ, ਪਰ ਮੇਰੀ ਜਿਹੜੀ ਰਸਨਾ ਹੈ, ਜ਼ਬਾਨ ਹੈ ਨਾ, ਇਹਦੇ ਵਿੱਚ ਰਸ ਨਹੀਂ ਹੈ। ਮੇਰੀ ਜ਼ਬਾਨ ਦੇ ਮੁਖ ਤੋਂ ਕੋਈ ਕਥਾ ਸੁਣ ਕੇ ਰਾਜੀ ਨਹੀਂ ਹੈ। ਮੈਂ ਬੜੀ ਸਾਰੀ ਉਮਰ ਮਿਹਨਤ ਕਰਕੇ ਕਥਾ ਪੜ੍ਹੀ ਹੈ, ਸਿੱਖੀ ਹੈ, ਜ਼ਬਾਨ ਦੇ ਵਿੱਚ ਰਸਨਾ ਦੇ ਵਿੱਚ ਰਸ ਨਾ ਹੋਣ ਕਰਕੇ ਕੋਈ ਕਥਾ ਸੁਣ ਕੇ ਮੇਰੇ ਕੋਲ ਖੁਸ਼ ਨਹੀਂ। ਮਹਾਰਾਜ ਗੁਜ਼ਾਰਾ ਨਹੀਂ ਚੱਲਦਾ, ਜੇ ਆਪ ਕਿਰਪਾ ਕਰੋ ਤੇ ਆਪ ਜੀ ਦੇ ਕੋਲ ਬੇਅੰਤ ਸੰਗਤਾਂ ਆਉਂਦੀਆਂ ਤੇ ਮੈਨੂੰ ਕੋਈ ਟਾਈਮ ਮਿਲ ਜੇ ਕਰਿਆ ਕਰੇ ਤੇ ਮੈਂ ਕਥਾ ਸੁਣਾ ਲਿਆ ਕਰਾਂ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਪਰਉਪਕਾਰੀ ਸੀ, ਦਿਆਲੂ, ਕਿਰਪਾਲੂ, ਗਰੀਬ ਨਵਾਜ ਮਹਾਰਾਜ ਕਹਿਣ ਲੱਗੇ, ਪੰਡਿਤ ਜੀ ਠੀਕ ਹੈ, ਤੁਸੀਂ ਪ੍ਰੇਮ ਦੇ ਨਾਲ ਸੰਗਤ ਨੂੰ ਕਥਾ ਸੁਣਾਇਆ ਕਰੋ। ਜਿਉਂ-ਜਿਉਂ ਪਿਆਰ ਦੇ ਨਾਲ ਤੁਸੀਂ ਕਥਾ ਸੁਣਾਓਗੇ, ਤੁਹਾਡੇ ਰਸਨਾ ਦੇ ਵਿੱਚ ਰਸ ਵੀ ਆ ਜਾਵੇਗਾ ਤੇ ਤੁਹਾਡਾ ਗੁਜ਼ਾਰਾ ਵੀ ਚੰਗੀ ਤਰ੍ਹਾਂ ਚੱਲੇਗਾ। ਪੰਡਿਤ ਨੇ ਕਥਾ ਆਪਣੇ ਸਮੇਂ ਦੇ ਅਨੁਸਾਰ ਸ਼ੁਰੂ ਕਰ ਦਿੱਤੀ। ਜਦੋਂ ਕੋਈ ਸੰਗਤਾਂ ਦਾ ਇਕੱਠ ਹੋਣਾ, ਕੋਈ ਦਿਨ ਤਿਉਹਾਰ ਹੋਣਾ, ਉਹਨੇ ਕਥਾ ਕਰਿਆ ਕਰਨੀ। ਤਾਂ ਚੇਤਰ ਦੀ ਸੰਗਰਾਂਦ ਦਾ ਦਿਨ ਸੀ, ਚੇਤਰ ਦੀ, ਚੇਤ ਦੇ ਮਹੀਨੇ ਦੀ ਸੰਗਰਾਂਦ ਸੀ। ਜੋ ਗੁਜ਼ਾਰਾ ਵੀ ਚੰਗਾ ਚੱਲਣ ਲੱਗ ਪਿਆ, ਮਾਇਆ ਵੀ ਹੋ ਗਈ ਪੰਡਿਤ ਦੇ ਕੋਲ, ਜ਼ਬਾਨ ਦੇ ਵਿੱਚ ਰਸ ਵੀ ਆ ਗਿਆ, ਲੋਕ ਕਥਾ ਵੀ ਸੁਣਨ ਲੱਗ ਪਏ ਤੇ ਮਨ ਦੇ ਵਿੱਚ ਹੰਕਾਰ ਆ ਗਿਆ। ਚੇਤਰ ਦੀ ਸੰਗਰਾਂਦ ਸੀ, ਸੰਗਤਾਂ ਬੈਠੀਆਂ ਹੋਈਆਂ ਸੀ, ਗੁਰੂ ਅਰਜਨ ਦੇਵ ਜੀ ਸਜੇ ਹੋਏ ਸੀ ਕਿ ਅੱਜ ਚੇਤ ਦੀ ਸੰਗਰਾਂਦ ਤੇ ਪੰਡਿਤ ਜੀ ਆਉਣ, ਕਥਾ ਸੁਣਾਉਣ, ਮਹੀਨੇ ਦਾ ਫਲਾ ਦੇ ਸੁਣਾਉਣ, ਤੇ ਪੰਡਿਤ ਜੀ ਆਏ ਨਾ, ਲੇਟ ਹੋ ਗਏ। ਬਾਬਾ ਬੁੱਢਾ ਸਾਹਿਬ ਜੀ ਨੂੰ
ਮਹਾਰਾਜ ਜੀ ਨੇ ਭੇਜਿਆ, ਜਾਓ ਕਿ ਪੰਡਿਤ ਜੀ ਨੂੰ ਲੈ ਕੇ ਆਓ, ਕੀ ਗੱਲ ਅੱਜ ਲੇਟ ਹੈ, ਸੰਗਤਾਂ ਉਡੀਕ ਰਹੀਆਂ ਨੇ, ਕਥਾ ਨਹੀਂ ਹੋ ਰਹੀ। ਜਦੋਂ ਬਾਬਾ ਬੁੱਢਾ ਸਾਹਿਬ ਜੀ ਗੁਰਸਿੱਖਾਂ ਨੂੰ ਹੋਰਨਾਂ ਨੂੰ ਨਾਲ ਲੈ ਕੇ ਗਏ, ਘਰ ਦੇ ਵਿੱਚ ਆਵਾਜ਼ ਮਾਰੀ, ਪੰਡਿਤ ਜੀ ਸਾਹਿਬ ਜੀ ਉਡੀਕ ਰਹੇ ਨੇ, ਮਹੀਨੇ ਦੀ ਆਣ ਕੇ ਕਥਾ ਸੁਣਾਓ। ਹੰਕਾਰਿਆ ਸੀ, ਕਹਿਣ ਲੱਗਾ ਮੈਂ ਅੱਜ ਕਥਾ ਨਹੀਂ ਕਰਨੀ, ਕਥਾ ਮੈਂ ਕਰਦਾ, ਮੇਰੀ ਕਥਾ ਸੁਣ ਕੇ ਲੋਕ ਆਉਂਦੇ ਨੇ, ਸੰਗਤਾਂ ਆਉਂਦੀਆਂ ਨੇ ਤੇ ਮੱਥਾ ਗੁਰੂ ਅਰਜਨ ਦੇਵ ਟਿਕਾਈ ਜਾਂਦਾ, ਆਪ ਨੂੰ ਟਿਕਾਈ ਜਾਂਦਾ, ਇਸ ਵਾਸਤੇ ਮੈਂ ਨਹੀਂ ਆ ਸਕਦਾ। ਸਿੱਖ ਵਾਪਸ ਆ ਗਏ। ਸਿੱਖਾਂ ਨੇ ਮਹਾਰਾਜ ਨੂੰ ਦੱਸਿਆ, ਮਹਾਰਾਜ ਨੇ ਤਾਂ ਇਸ ਤਰ੍ਹਾਂ ਕਿਹਾ। ਫਿਰ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ ਨੇ ਬੇਨਤੀ ਕੀਤੀ, ਮਹਾਰਾਜ ਇਹਨਾਂ ਪੰਡਤਾਂ ਲੋਕਾਂ ਦੇ ਕਿੰਨਾ ਕੁ ਚਿਰ ਸਿੱਖ ਤਰਲੇ ਲੈਣਗੇ ਕਿ ਸਾਨੂੰ ਫਲਾਦੇਸ਼ ਦਿਨ ਦਿਹਾੜ ਦਾ ਸੁਣਾਓ, ਕਥਾ ਸੁਣਾਓ। ਜਿੱਥੇ ਮਹਾਰਾਜ ਇੰਨੀ ਗੁਰਬਾਣੀ ਆਪ ਜੀ ਨੇ ਉਚਾਰਨ ਕੀਤੀ ਹੈ, ਉੱਥੇ 12 ਮਹੀਨਿਆਂ ਦੇ ਦੁਆਰਾ ਮਹਾਰਾਜ ਇਹ ਵੀ ਗੁਰਬਾਣੀ ਉਚਾਰਨ ਕਰੋ, 12 ਮਾਹ ਦੀ ਗੁਰਬਾਣੀ ਉਚਾਰਨ ਕਰੋ, ਜਿਸ ਕਰਕੇ ਮਹੀਨੇ ਵਾਲੇ ਦਿਨ, ਸੰਗਰਾਂਦ ਵਾਲੇ ਦਿਨ ਸੰਗਤਾਂ ਇਕੱਤਰ ਹੋ ਕੇ ਤੇ ਉਪਦੇਸ਼ ਸੁਣ ਲਿਆ ਕਰਨ। ਗੁਰੂ ਅਰਜਨ ਦੇਵ ਜੀ ਕਹਿਣ ਲੱਗੇ, 12 ਮਾਹ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਉਚਾਰਨ ਕੀਤੇ ਹੋਏ ਨੇ ਤੁਖਾਰੀ ਰਾਗ ਦੇ ਵਿੱਚ, ਉਹ ਪੜ੍ਹ ਸੁਣ ਲਿਆ ਕਰੋ। ਬੇਨਤੀ ਕੀਤੀ, ਮਹਾਰਾਜ ਜੋ ਗੁਰੂ ਨਾਨਕ ਸਾਹਿਬ ਜੀ ਨੇ 12 ਮਾਹ ਉਚਾਰੇ ਹੈ, ਉਹਨਾਂ ਦੇ ਕੁਝ ਅਰਥ ਬੋਝ ਵਾਲੇ ਨੇ, ਸਮਝ ਦੇ ਵਿੱਚ ਨਹੀਂ ਆਉਂਦੇ। ਆਪ ਜੀ ਕੋ ਸਿਖਾਇਣ 12 ਮਾਹ ਦੀ ਗੁਰਬਾਣੀ ਜਿਹੜੀ ਉਚਾਰੋ, ਜਿਸ ਕਰਕੇ ਪੜ੍ਹਨ ਸੁਣਨ ਵਾਲਿਆਂ ਨੂੰ ਪੜ੍ਹਦਿਆਂ ਹੀ ਸੁਣਦਿਆਂ ਹੀ ਅਰਥਾਂ ਦੀ ਜਿਹੜੀ ਸਮਝ ਆ ਜਾਇਆ ਕਰੇ। ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਵੱਡਿਆਂ ਸਤਿਗੁਰਾਂ ਨੇ 12 ਮਾਹ ਤਾਂ ਉਚਾਰੇ ਨੇ, ਪਰ ਆਪਾਂ ਉਹਨਾਂ ਦਾ ਇੱਕ ਟੀਕਾ ਰੂਪ, ਅਰਥ ਰੂਪ ਗੁਰਬਾਣੀ ਉਚਾਰਨ ਕਰਦੇ ਨੇ, ਜਿਸ ਨੂੰ ਹੈ ਤਾਂ ਉਹਨਾਂ ਤੁਖਾਰੀ 12 ਮਾਹ ਦੇ ਅਰਥੀ ਹੋਣਗੇ ਤੇ ਗੁਰਬਾਣੀ ਰੂਪ ਦੇ ਵਿੱਚ ਹੋਣਗੇ। ਇਹ ਫਿਰ ਗੁਰੂ ਅਰਜਨ ਦੇਵ ਜੀ ਨੇ ਪੰਡਤਾਂ ਤੋਂ ਖਹਿੜਾ ਛਡਾਉਂਦੇ ਆ, ਜਿਹੜੇ ਭਰਮਾਂ ਭੁਲੇਖਿਆਂ ਦੇ ਵਿੱਚ ਪਾਉਂਦੇ ਸੀ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇਹ ਗੁਰਬਾਣੀ ਉਚਾਰਨ ਕਰਕੇ 12 ਮਾਹ ਦੇ ਵਿੱਚ ਪਹਿਲਾ ਸਤੋਤਰ ਮੰਗਲ ਹੈ, ਜੋ ਪਹਿਲਾ ਸ਼ਬਦ ਹੈ, ਤੇ ਜਿਹੜਾ ਸਮਾਪਤੀ ਤੇ ਸਤੋਤਰ ਹੈ, ਤੇ 12 ਮਹੀਨਿਆਂ ਦੇ ਦੁਆਰਾ ਇਹ 14 ਇਹਦੇ ਵਿੱਚ ਪੌੜੀਆਂ ਨੇ, 12 ਮਾਹ ਦੇ ਵਿੱਚ 14 ਸ਼ਬਦ ਨੇ। ਪਹਿਲਾ ਸਤੋਤਰ ਮੰਗਲ ਹੋ ਗਿਆ, ਜਿਹੜਾ ਸਮਾਪਤੀ ਤੇ ਸ਼ਬਦ ਆਉਂਦਾ ਉਹਨੂੰ ਸਤੋਤਰ ਕਹਿ ਦਿੰਦੇ ਨੇ। ਬਾਕੀ ਜਿਹੜੇ ਵਿਚਕਾਰ 12 ਸ਼ਬਦ ਨੇ, ਉਹ 12 ਮਹੀਨਿਆਂ ਦੇ ਦੁਆਰੇ ਸਤਿਗੁਰਾਂ ਦਾ ਉਪਦੇਸ਼ ਹੈ। ਇਸੇ ਤਰ੍ਹਾਂ ਮਹਾਰਾਜ ਜੀ ਨੇ ਉਪਦੇਸ਼ ਦਿੱਤਾ। ਸੋ ਆਓ, ਜੋ ਅੱਜ ਸਾਉਣ ਦਾ ਮਹੀਨਾ ਆਰੰਭ ਹੋਇਆ ਹੈ, ਸਾਵਣ ਦੇ ਮਹੀਨੇ ਦੇ ਦੁਆਰਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਜਿਵੇਂ ਉਪਦੇਸ਼ ਆ ਰਿਹਾ ਹੈ, ਆਪਾਂ ਇਸੇ ਤਰ੍ਹਾਂ ਹੀ ਮਨ ਚਿੱਤ ਬਿਰਤੀ ਨੂੰ ਇਕਾਗਰ ਕਰਕੇ ਸਰਵਣ ਕਰੀਏ। ਗੱਜ ਕੀ ਆਖੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਵਣ ਸਰਸੀ ਕਾਮਣੀ, ਚਰਨ ਕਮਲ ਸਿਉ ਪਿਆਰ। ਸਾਵਣ ਜਿਹੜਾ ਸਾਉਣ ਦੇ ਮਹੀਨੇ ਦਾ ਨਾਮ ਹੈ, ਤੇ ਜਦੋਂ ਸਾਉਣ ਦਾ ਮਹੀਨਾ ਆਰੰਭ ਹੁੰਦਾ ਹੈ, ਜਿਹਨੂੰ ਆਪਾਂ ਬਰਸਾਤੀ ਰੁੱਤ ਕਹਿ ਦਿੰਦੇ ਹਾਂ ਕਿ ਬਰਸਾਤੀ ਰੁੱਤ, ਉਹ ਅੱਜ ਤੋਂ ਆਰੰਭ ਹੁੰਦੀ ਹੈ। ਸਾਉਣ ਦਾ ਤੇ ਬਹਾਦਰੋਂ ਦਾ ਮਹੀਨਾ, 2 ਮਹੀਨੇ ਬਰਸਾਤੀ ਰੁੱਤ ਹੈ। ਇਸੇ ਤਰ੍ਹਾਂ ਹੀ ਜਿਹੜਾ ਮਲਾਰ ਰਾਗ ਹੈ, ਮੇਘ ਰਾਗ ਹੈ, ਜੋ ਰਾਗੀ ਸਿੰਘ ਗੁਰੂ ਕੀ ਬਾਣੀ ਦੇ ਵਿੱਚ ਕੀਰਤਨ ਕਰਦੇ ਹੈ, ਜਿਹੜਾ ਮਲਾਰ ਰਾਗ ਹੈ, ਉਹ ਵੀ ਅੱਜ ਦੇ ਦਿਨ ਪ੍ਰਗਟ ਹੁੰਦਾ ਹੈ। ਜਿੰਨਾ ਚਿਰ ਬਰਸਾਤੀ ਰੁੱਤ ਰਹਿੰਦੀ ਹੈ 2 ਮਹੀਨੇ, ਉਹਨਾਂ ਚਿਰ ਮਲਾਰ ਰਾਗ ਜਿਹੜਾ ਹੈ, ਉਹਦੇ ਰਾਗ ਦੇ ਵਿੱਚ ਰਾਗੀ ਸਿੰਘ ਸ਼ਬਦ ਪੜ੍ਹਦੇ ਨੇ।
ਸੋ ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਸਾਵਨ ਸਰਸੀ ਕਾਮਨੀ ਚਰਨ ਕਮਲ ਸਿਉ ਪਿਆਰ। ਮਹਾਰਾਜ ਕਹਿੰਦੇ ਜਿਹੜੀ ਕਾਮਣੀ ਨਾਮ ਹੁੰਦਾ ਇਸਤਰੀ ਦਾ, ਕਿ ਜਿਹੜੀ ਇਹ ਜੀਵ ਰੂਪ ਇਸਤਰੀ ਹੈ, ਇਹ ਜਿੰਨੇ ਵੀ ਦੁਨੀਆ ਹੈ ਨਾ, ਮਨੁੱਖ ਹੈ, ਇਸਤਰੀ ਹੈ, ਭਾਵੇਂ ਕੋਈ ਬੰਦਾ ਹੈ, ਭਾਵੇਂ ਕੋਈ ਇਸਤਰੀ ਹੈ ਨਾ, ਇਹਨਾਂ ਨੂੰ ਗੁਰਮਤਿ ਦੇ ਅਨੁਸਾਰ, ਗੁਰਬਾਣੀ ਦੇ ਅਨੁਸਾਰ ਸਾਰਿਆਂ ਨੂੰ ਜੀਵ ਇਸਤਰੀਆਂ ਹੀ ਕਿਹਾ ਹੈ। ਕਿ ਇਹਨਾਂ ਦਾ ਜਿਹੜਾ ਮਾਲਕ ਕੰਤ ਹੈ ਉਹ ਕੇਵਲ ਇੱਕ ਵਾਹਿਗੁਰੂ ਹੀ ਹੈ। ਬਾਕੀ ਭਾਵੇਂ ਮਨੁੱਖ ਹੈ, ਇਸਤਰੀ, ਉਹ ਸਾਰੀਆਂ ਇਸਤਰੀਆਂ ਰੂਪ ਹੀ ਹੈ। ਮਹਾਰਾਜ ਕਹਿੰਦੇ, ਸਾਵਨ ਸਰਸੀ ਕਾਮਨੀ ਚਰਨ ਕਮਲ ਸਿਉ ਪਿਆਰ। ਉਹ ਕਾਮਣੀ ਕਹੀਏ ਜਿਹੜੀ ਜੀਵ ਰੂਪ ਇਸਤਰੀ ਹੈ, ਉਹ ਕਾਮਣੀ ਕਹੀਏ ਜਿਹੜੇ ਸੰਤ ਗੁਰਸਿੱਖ, ਸੰਤ ਭਗਤ ਰੇਖੀ ਮੁਨ, ਜਿਹੜੇ ਬੰਦਗੀ ਕਰਨ ਵਾਲੇ ਹਨ, ਜਿਹੜੇ ਵਾਹਿਗੁਰੂ ਦਾ ਸਿਮਰਨ ਕਰਨ ਵਾਲੇ ਹਨ। ਕਹਿੰਦੇ ਕਿ ਜਿਹੜੇ ਸਾਉਣ ਦੇ ਮਹੀਨੇ ਦੇ ਦੁਆਰਾ ਜਾਪ ਕਰਦੇ ਨੇ, ਉਹ ਸ੍ਰੇਸ਼ਟ ਰਸ ਦੇ ਸਹਿਤ ਹੋ ਜਾਂਦੇ ਨੇ। ਉਹਨਾਂ ਦਾ ਹਿਰਦਾ ਰੂਪ ਕਮਲ ਜਿਹੜਾ ਹੈ ਨਾ, ਉਹ ਖਿੜ ਜਾਂਦਾ ਹੈ, ਹਰਿਆ ਭਰਿਆ ਹੋ ਜਾਂਦਾ ਹੈ। ਚਰਨ ਕਮਲ ਸਿਉ ਪਿਆਰ, ਜਿਨ੍ਹਾਂ ਦਾ ਗੁਰੂ ਚਰਨਾਂ ਦੇ ਨਾਲ, ਚਰਨ ਕਮਲਾਂ ਦੇ ਨਾਲ ਪਿਆਰ ਲੱਗ ਜਾਂਦਾ ਹੈ। ਗੁਰੂ ਕੇ ਚਰਨ ਕੈਸੇ ਨੇ, ਜਿਨ੍ਹਾਂ ਦੇ ਨਾਲ ਪਿਆਰ ਲੱਗਦਾ ਹੈ। ਉਹ ਚਰਨ ਉਹ ਨੇ, ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮੱਕੇ ਤੇ ਜਾਂਦੇ ਨੇ ਤੇ ਜੀਵਨ ਕਾਜੀ ਸਤਿਗੁਰਾਂ ਦੇ ਚਰਨਾਂ ਨੂੰ ਪਕੜ ਕਰਕੇ ਘੁਮਾਉਂਦਾ ਹੈ, ਤੇ ਉਹ ਮੱਕਾ ਚਰਨਾਂ ਦੇ ਨਾਲ ਨਾਲ ਹੀ ਘੁੰਮਦਾ ਹੈ। ਉਹ ਚਰਨ ਨੇ, ਐਸੇ ਸਤਿਗੁਰਾਂ ਦੇ ਚਰਨ। ਨਨਕਾਣਾ ਸਾਹਿਬ, ਜਿੱਥੇ ਰਾਈ ਭੋਇੰ ਦੀ ਤਲਵੰਡੀ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਅਵਤਾਰ ਹੋਇਆ ਸੀ ਨਾ, ਦੁਪਹਿਰ ਦਾ ਸਮਾਂ ਤੇ ਸਤਿਗੁਰੂ ਜੀ ਬਿਰਾਜੇ ਹੋਏ ਸੀ ਗੁਰੂ ਨਾਨਕ ਸਾਹਿਬ ਜੀ। ਮਾਤਾ ਤ੍ਰਿਪਤਾ ਜੀ ਨੇ ਪ੍ਰਸ਼ਾਦਾ ਤਿਆਰ ਕੀਤਾ। ਜੋ ਘਰ ਦੇ ਵਿੱਚ ਸੇਵਕ ਸੀ, ਦਾਸੀ ਸੀ, ਜਿਹਦਾ ਨਾਮ ਸੀ ਤੁਲਸਾ ਦਾਸੀ ਕਰਕੇ ਪ੍ਰਸਿੱਧ ਹੈ। ਮਾਤਾ ਤ੍ਰਿਪਤਾ ਜੀ ਤੁਲਸਾ ਦਾਸੀ ਨੂੰ ਕਹਿਣ ਲੱਗੇ, ਜਾਓ ਲਾਲ ਜੀ ਨੂੰ ਉਠਾ ਕੇ ਲਿਆਓ ਤੇ ਪ੍ਰਸ਼ਾਦਾ ਛਕਾਈਏ। ਜਦੋਂ ਤੁਲਸਾ ਦਾਸੀ ਉਠਾਉਣ ਗਈ, ਚਾਦਰੇ ਦੇ ਨਾਲ ਸਾਰਾ ਸਰੀਰ ਢੱਕਿਆ ਹੋਇਆ ਸੀ, ਗੁਰਦੇਵ ਜੀ ਦਾ ਬਿਰਾਜੇ ਹੋਏ ਸੀ। ਜਿਹੜਾ ਸੱਜਾ ਚਰਨ ਸੀ, ਸੱਜੇ ਚਰਨ ਦਾ ਜਿਹੜਾ ਅੰਗੂਠਾ ਸੀ ਨਾ, ਉਹ ਚਾਦਰੇ ਤੋਂ ਬਾਹਰ ਸੀ। ਤੇ ਤੁਲਸਾ ਦਾਸੀ ਨੇ ਸਰੀਰ ਨੂੰ ਹਿਲਾਇਆ ਤੇ ਨਹੀਂ, ਤੇ ਮੁਖ ਦੇ ਨਾਲ, ਜ਼ਬਾਨ ਦੇ ਨਾਲ ਅੰਗੂਠਾ ਸਤਿਗੁਰਾਂ ਦਾ ਚਰਨ ਚੁੰਮ ਲਿਆ। ਜਦੋਂ ਚਰਨ ਚੁੰਮਿਆ ਨਾ, ਤਿੰਨਾਂ ਲੋਕਾਂ ਦੀ ਸੋਝੀ ਹੋ ਗਈ, ਬ੍ਰਹਮ ਗਿਆਨ ਦਾ ਪਤਾ ਲੱਗ ਗਿਆ ਕਿ ਤਿੰਨਾਂ ਲੋਕਾਂ ਦੇ ਵਿੱਚ ਕੀ ਹੋ ਰਿਹਾ। ਉਹਨਾਂ ਚਰਨ ਕਮਲਾਂ ਦੇ ਬਚਨ ਚੱਲ ਰਿਹਾ ਤੇ ਕੀ ਵੇਖਿਆ ਤੁਲਸਾ ਦਾਸੀ ਨੇ ਕਿ ਸਤਿਗੁਰੂ ਜੀ ਬਿਰਾਜੇ ਨਹੀਂ ਹੈ। ਇਹ ਕੋਈ ਦੂਸਰਾ ਰੂਪ ਧਾਰਨ ਕਰਕੇ, ਇੱਕ ਸ਼ਾਹੂਕਾਰ ਸੀ, ਲਾਹੌਰ ਦੇ ਵਿੱਚ ਰਹਿਣ ਵਾਲਾ, ਮਨਸੁਖ ਉਹਦਾ ਨਾਮ ਸੀ। ਉਹਦਾ ਸ਼ਿਪ ਜਿਹੜਾ ਬੇੜਾ ਸੀ ਨਾ, ਸਮੁੰਦਰ ਦੇ ਵਿੱਚ ਡੁੱਬ ਰਿਹਾ ਸੀ, ਤੇ ਉਹ ਮੋਢਾ ਦੇ ਕੇ ਸਤਿਗੁਰੂ ਜੀ ਪਾਰ ਲਾ ਰਹੇ ਸੀ, ਉਹ ਯਾਦ ਕਰ ਰਿਹਾ ਸੀ। ਤੁਲਸਾ ਦਾਸੀ ਨੇ ਇਹ ਵੇਖਿਆ, ਜਾ ਕੇ ਮਾਤਾ ਤ੍ਰਿਪਤਾ ਜੀ ਨੂੰ ਕਹਿਣ ਲੱਗੀ, ਮਾਤਾ ਜੀ ਅਜੇ ਸਤਿਗੁਰਾਂ ਨੂੰ ਉਠਾਉਣ ਦਾ ਟਾਈਮ ਨਹੀਂ ਹੈ, ਉਹ ਤਾਂ ਕਿਸੇ ਦਾ ਬੇੜਾ ਡੁੱਬਦਾ ਪਾਰ ਲਾ ਰਹੇ ਆ, ਜਦੋਂ ਲਾ ਲੈਣਗੇ ਫਿਰ ਆਪਾਂ ਠਾ ਲਵਾਂਗੇ। ਮਾਤਾ ਜੀ ਗਏ ਤੇ ਸਤਿਗੁਰਾਂ ਨੂੰ ਮਾਤਾ ਜੀ ਨੇ ਉਠਾ ਲਿਆ ਕਿ ਉੱਠ ਕੇ ਪ੍ਰਸ਼ਾਦਾ ਛਕੋ। ਜਦੋਂ ਪ੍ਰਸ਼ਾਦਾ ਛਕਣ ਸਤਿਗੁਰੂ ਜੀ ਆਏ, ਮਾਤਾ ਤ੍ਰਿਪਤਾ ਜੀ ਕਹਿਣ ਲੱਗੇ, ਲਾਲ ਜੀ ਲੋਕਾਂ ਨੇ ਤਾਂ ਮਖੌਲ ਕਰਨਾ ਹੀ ਕਰਨਾ ਕਿ ਤੇਰਾ ਪੁੱਤਰ ਭਗਤ ਹੈ, ਇਹ ਰਿਖੀ ਹੈ, ਮੁਨੀ ਹੈ, ਅਵਤਾਰ ਹੈ, ਤੇ ਘਰ ਦੀਆਂ ਦਾਸੀਆਂ ਜਿਹੜੀਆਂ ਨੇ ਨਾ, ਸੇਵਾਦਾਰ, ਇਹ ਮਖੌਲ ਕਰਨ ਲੱਗ ਪਈਆਂ ਨੇ। ਇਹਨਾਂ ਨੇ ਕਿਹਾ ਹੈ ਕਿ ਕਿਸੇ ਦਾ ਜਹਾਜ਼ ਬੰਨੇ ਲਾ ਰਹੇ ਨੇ, ਮਖੌਲ ਕੀਤਾ। ਗੁਰੂ ਨਾਨਕ ਸਾਹਿਬ ਜੀ ਜਾਣ ਕੇ ਕਿ ਇਹਨੇ ਸਾਡੇ ਚਰਨ ਚੁੰਮੇ ਆ ਤੇ ਤਾਂ ਕਰਕੇ ਬ੍ਰਹਮ ਗਿਆਨ ਹੋ ਗਿਆ ਹੈ। ਮਾਰੇ ਕਹਿਣ ਲੱਗੇ, ਮਾਤਾ ਜੀ ਇਹ ਤਾਂ ਝੱਲੀ ਹੈ,
ਤੇ ਕਮਲੀਏ ਦੇ ਮਗਰ ਨਾ ਲੱਗ। ਉਹ ਉਦੋਂ ਝੱਲੀ ਜੀ ਹੋ ਗਈ, ਪਰ ਉਦੋਂ ਦੁਨੀਆ ਵੱਲੋਂ ਝੱਲੀ ਜੀ ਹੋ ਗਈ, ਪਰ ਅੰਦਰ ਬ੍ਰਹਮ ਗਿਆਨ ਉਸ ਤਰ੍ਹਾਂ ਹੀ ਰਿਹਾ। ਆਨੰਦ ਜਿਹੜਾ ਅੰਦਰ ਬਣ ਗਿਆ ਸੀ ਨਾ, ਉਹ ਨਹੀਂ ਟੁੱਟਾ, ਇੱਕ ਹੀ ਰਸ ਹੀ ਰਿਹਾ। ਸੋ ਇਸੇ ਤਰ੍ਹਾਂ ਹੀ ਉਹ ਆਪਣੇ ਸਮੇਂ ਨੂੰ ਭੋਗ ਕਰਕੇ ਫਿਰ ਸੱਚਖੰਡ ਚਲੇ ਗਏ। ਇੱਥੇ ਉਹਨਾਂ ਚਰਨਾਂ ਦੀ ਗੱਲ ਚੱਲ ਰਹੀ ਹੈ। ਸਾਵਨ ਸਰਸੀ ਕਾਮਨੀ ਚਰਨ ਕਮਲ ਸਿਉ ਪਿਆਰ। ਜਿਨ੍ਹਾਂ ਦਾ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਪਿਆਰ ਹੋ ਜਾਂਦਾ ਨਾ, ਉਹ ਸ੍ਰੇਸ਼ਟ ਰਸ ਦੇ ਵਿੱਚ ਆ ਜਾਂਦੀ ਹੈ। ਉਹ ਸ਼ੁਭ ਗੁਣਾਂ ਦੇ ਇਸਤਰੀ ਜੀਵ ਰੂਪ ਇਸਤਰੀ ਜਿਹੜੀ ਹੈ ਭਰਪੂਰ ਹੋ ਜਾਂਦੀ ਹੈ। ਐਸੀ ਸਤਿਗੁਰੂ ਮਹਾਰਾਜ ਜੀ ਨੇ ਇਹ ਬਖਸ਼ਿਸ਼ ਦਿੱਤੀ। ਕੈਸੇ ਚਰਨ? ਕਲਗੀਧਰ ਪਾਤਸ਼ਾਹ ਮਹਾਰਾਜ ਜੀ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਬੜਾ ਰਾਜ ਸਾਜ ਜੰਗ ਦਾ, ਤੇ ਜਿਹੜਾ ਭੀਮ ਚੰਦ ਰਾਜਾ ਹੈ ਨਾ, ਉਹ ਸਮੇਂ ਦਾ ਪਹਾੜੀ ਰਾਜਾ, ਸ਼੍ਰੋਮਣੀ ਰਾਜਾ, ਉਹਨੇ ਆਪਣੇ ਅਹਿਲਕਾਰ ਨੂੰ ਦੇਵੀ ਦਾਸ ਨੂੰ ਭੇਜਿਆ ਅਨੰਦਪੁਰ ਸਾਹਿਬ ਦੇ ਵਿੱਚ ਕਿ ਜਾਓ ਖਬਰ ਲੈ ਕੇ ਆ ਕਿ ਗੁਰੂ ਮਹਾਰਾਜ ਕਿੰਨੀ ਕੁ ਫੌਜ ਹੈ, ਕਿੰਨਾ ਉਹਨਾਂ ਦੇ ਵਿੱਚ ਜੰਗ ਦਾ ਉਤਸ਼ਾਹ ਹੈ। ਜਦੋਂ ਦੇਵੀ ਦਾਸ ਸਤਿਗੁਰਾਂ ਦੇ ਪਾਸ ਪਹੁੰਚਾ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ, ਤੇ ਸਤਿਗੁਰੂ ਮਹਾਰਾਜ ਜੀ ਦੀਵਾਨ ਦੇ ਵਿੱਚ ਸੱਜੇ ਨੇ, ਦਸਤਾਰੇ ਤੇ ਸੀਸ ਦੇ ਉੱਤੇ ਕਲਗੀ ਲੱਗੀ ਹੋਈ ਹੈ, ਤੀਰਾਂ ਵਾਲਾ ਪੱਥਾ ਕੋਲ ਹੈ, ਧਨੁਸ਼ ਹੈ, ਸ੍ਰੀ ਸਾਹਿਬ ਹੈ। ਸੋਹਣੇ ਆਸਣ ਤੇ ਕਲਗੀਧਰ ਜੀ ਸੱਜੇ ਨੇ ਤੇ ਖਾਲਸਾ ਬੈਠਾ ਹੋਇਆ ਹੈ, ਤੇ ਖਾਲਸੇ ਦੇ ਵਿੱਚ ਜੰਗ ਦਾ ਬੜਾ ਉਤਸ਼ਾਹ ਹੈ। ਜਦੋਂ ਸਾਰੇ ਉਹ ਦੇਵੀ ਦਾਸ ਮਹਾਰਾਜ ਨੂੰ ਕਹਿਣ ਲੱਗਾ, ਮਹਾਰਾਜ ਮੈਂ ਤਾਂ ਆਪ ਜੀ ਦਾ ਭੇਦ ਲੈਣ ਵਾਸਤੇ ਆਇਆ। ਮਹਾਰਾਜ ਕਹਿੰਦੇ ਕਿ ਸਾਰਾ ਭੇਦ ਲੈ ਲਾ, ਜੋ ਜੋ ਹੈਗਾ ਜਾ ਕੇ ਸੱਚ ਹੀ ਦੱਸਣਾ ਹੀ। ਜਦੋਂ ਸਾਰਾ ਭੇਦ ਲੈ ਕੇ ਰਾਜੇ ਭੀਮ ਚੰਦ ਦੀ ਸਭਾ ਦੇ ਵਿੱਚ ਦੇਵੀ ਦਾਸ ਗਿਆ, ਪੁੱਛਿਆ ਕਿ ਕੀ ਭੇਦ ਲੈ ਕੇ ਆਇਆ? ਕਹਿਣ ਲੱਗਾ ਵੀ ਗੁਰੂ ਮਹਾਰਾਜ ਜੀ ਦੇ ਨਾਲ ਕੋਈ ਪੰਗਾ ਨਾ ਲਵੇ। ਗੁਰੂ ਮਹਾਰਾਜ ਆਪ ਬੜੇ ਬਲੀ, ਹਰ ਵਕਤ ਸ਼ਸਤਰ ਧਾਰੀ ਹੈ, ਤੇ ਖਾਲਸਾ ਉਹਨਾਂ ਦਾ ਸਦਾ ਹੀ ਜੰਗ ਚਾਹੁੰਦਾ ਹੈ, ਤੇ ਤੁਸੀਂ ਉਹਨਾਂ ਦੇ ਨਾਲ ਪੂਰੇ ਨਹੀਂ ਉਤਰ ਸਕਦੇ ਹੋ, ਸ਼ਕਤੀਆਂ ਦੇ ਮਾਲਕ। ਭੀਮ ਚੰਦ ਗੁੱਸੇ ਦੇ ਵਿੱਚ ਆ ਗਿਆ, ਕਹਿਣ ਲੱਗਾ ਬੰਦਾ ਮੇਰਾ ਦੇਵੀ ਦਾਸ ਤੇ ਸੋਭਾ ਆਣ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਕਰ ਰਿਹਾ ਹੈ, ਮੇਰੇ ਸਿਪਾਹੀਆਂ ਨੂੰ ਡਰਾ ਰਿਹਾ ਹੈ। ਕਹਿਣ ਲੱਗਾ ਕਿ ਜਿਹੜੇ ਨੇਤਰਾਂ ਦੇ ਨਾਲ ਇਹ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕਰਕੇ ਆਏ, ਇਹਨਾਂ ਦੇ ਗਰਮ ਸਲਾਈਆਂ ਕਰਕੇ ਇਹਦੇ ਨੇਤਰਾਂ ਦੇ ਵਿੱਚ ਫੇਰ ਦਿਓ, ਤੇ ਪਹਾੜੀ ਤੋਂ ਸੁੱਟ ਕੇ ਇਹਨੂੰ ਮਾਰ ਦਿਓ। ਜਦੋਂ ਸਿਪਾਹੀਆਂ ਨੇ ਫੜਿਆ, ਗਰਮ ਸਲਾਈਆਂ ਜਦੋਂ ਕਰਕੇ ਨੇਤਰਾਂ ਦੇ ਵਿੱਚ ਪਾਈਆਂ, ਤੇ ਦੇਵੀ ਦਾਸ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਾਰਨ ਕਰ ਲਿਆ। ਮਹਾਰਾਜ ਮੈਂ ਆਪ ਜੀ ਦੀ ਸੋਭਾ ਕੀਤੀ ਹੈ, ਇਹਨਾਂ ਨੇਤਰਾਂ ਦੇ ਨਾਲ ਦਰਸ਼ਨ ਕੀਤੇ ਹੈ, ਆਪ ਜੀ ਦੀ ਸੋਭਾ ਕਰਨ ਦੇ ਨਾਲ ਮੈਨੂੰ ਇੰਨੀ ਸਜ਼ਾ ਮਿਲੇ, ਕਿਰਪਾ ਰੱਖਿਓ। ਜਦੋਂ ਗਰਮ ਸਲਾਈਆਂ ਕਰਕੇ ਇਹਦੇ ਨੇਤਰਾਂ ਦੇ ਵਿੱਚ ਫੇਰੀਆਂ, ਤੇ ਉਹ ਜਿਹੜਾ ਸੇਕ ਸੀ ਗਰਮ ਸਲਾਈਆਂ ਦਾ, ਸਤਿਗੁਰਾਂ ਨੇ ਆਪਣੇ ਚਰਨਾਂ ਤੇ ਝੱਲ ਲਿਆ। ਜਿੱਥੇ ਮਹੱਲ ਦੇ ਵਿੱਚ, ਘਰ ਦੇ ਵਿੱਚ ਗੁਰੂ ਸਾਹਿਬ ਜੀ ਸਜੇ ਹੋਏ ਸੀ ਨਾ, ਕੋਈ ਮਾਸ ਸਣ ਦੀ ਕੋਈ ਸੁਗੰਧ ਜੀ ਆਈ, ਸਮੈਲ ਆਈ, ਤੇ ਮਾਤਾ ਗੁਜਰੀ ਜੀ ਕਹਿਣ ਲੱਗੇ, ਲਾਲ ਜੀ ਇਹ ਕੀ ਸੜ ਰਿਹਾ? ਜਿਸ ਤਰ੍ਹਾਂ ਕੋਈ ਮਾਸ ਜਿਹਾ ਸੜ ਰਿਹਾ ਹੁੰਦਾ ਹੈ। ਮਾਤਾ ਜੀ ਕੋਲ ਆਏ ਤੇ ਚਰਨਾਂ ਦੇ ਵਿੱਚੋਂ ਸੇਕ ਨਿਕਲੇ। ਮਾਤਾ ਜੀ ਨੇ ਪੁੱਛਿਆ ਇਹ ਕੀ? ਕਹਿਣ ਲੱਗੇ ਦੇਵੀ ਦਾਸ ਨੇ ਸਾਡੇ ਚਰਨਾਂ ਦਾ ਧਿਆਨ ਧਾਰਨ ਕੀਤਾ, ਉਹਦੇ ਗਰਮ ਸਲਾਈਆਂ ਪਾਈਆਂ ਨੇ, ਉਹਦੀ ਅੱਖਾਂ ਨੂੰ ਅਸੀਂ ਬਚਾ ਲਿਆ, ਨੇਤਰ ਬਚਾ ਲਏ ਨੇ, ਤੇ ਇਹ ਸਲਾਈਆਂ ਜਿਹੜੀਆਂ ਸੇਕ ਆਪਣੇ ਚਰਨਾਂ ਦੇ ਉੱਤੇ ਲੈ ਲਿਆ ਹੈ। ਜਦੋਂ ਦੇਵੀ ਦਾਸ ਨੂੰ ਉੱਤੋਂ ਸੁੱਟਿਆ ਹੈ ਤਾਂ ਚਲੇ ਗਏ, ਪਰ ਦੇਵੀ ਦਾਸ ਬਚ ਗਿਆ, ਸਿੱਧਾ ਅਨੰਦਪੁਰ ਸਾਹਿਬ ਹੀ ਆ ਗਿਆ। ਸਤਿਗੁਰਾਂ ਨੂੰ ਨਮਸਕਾਰ ਕੀਤੀ, ਸਤਿਗੁਰਾਂ ਦੇ ਚਰਨਾਂ ਦੇ ਉੱਤੇ ਪੱਟੀਆਂ ਹੋਈਆਂ ਸੀ। ਪੁੱਛਿਆ ਮਹਾਰਾਜ ਇਹ ਚਰਨਾਂ ਨੂੰ ਕੀ ਹੋਇਆ? ਜੋ ਦੇਵੀ ਦਾਸ ਨੇ ਆਣ ਕੇ ਪੁੱਛਿਆ। ਮਹਾਰਾਜ ਕਹਿਣ ਲੱਗੇ ਜਦੋਂ ਤੂੰ ਸਾਡਾ ਧਿਆਨ ਧਾਰਨ ਕੀਤਾ ਸੀ ਨਾ, ਸਾਡੇ ਚਰਨ ਕਮਲਾਂ ਦਾ, ਉਹ ਸੂਈਆਂ ਦੀ ਸਲਾਈਆਂ ਦੀ ਜਿਹੜੀ ਸੇਕ ਹੈ, ਅੱਗ ਸੀ, ਅਸੀਂ ਆਪਣੇ ਚਰਨਾਂ ਦੇ ਉੱਤੇ ਝੱਲ ਲਈ, ਤੇਰੇ ਨੇਤਰਾਂ ਨੂੰ ਬਚਾ ਲਿਆ ਹੈ। ਇਹ ਉਹ ਚਰਨ ਕਮਲ ਨੇ, ਸਾਵਨ ਸਰਸੀ ਕਾਮਨੀ ਚਰਨ ਕਮਲ ਸਿਉ ਪਿਆਰ।
ਜਿਨ੍ਹਾਂ ਦਾ ਗੁਰੂ ਮਹਾਰਾਜ ਜੀ ਦੇ ਚਰਨ ਕਮਲਾਂ ਦੇ ਨਾਲ ਪਿਆਰ ਜਗ ਜਾਂਦਾ ਨਾ, ਜੁੜ ਜਾਂਦਾ ਹੈ, ਉਹ ਕਹਿੰਦੇ ਸਰਸੀ ਸ੍ਰੇਸ਼ਟ ਰਸ ਦੇ ਸਹਿਤ ਹੋ ਜਾਂਦੇ ਨੇ। ਉਹ ਜੀਵ ਰੂਪ ਇਸਤਰੀ ਜਿਹੜੀ ਹੈ ਨਾ, ਉਹ ਗੁਣਾਂ ਦੇ ਸਹਿਤ ਹੋ ਜਾਂਦੀ ਹੈ, ਜਿਹਦਾ ਗੁਰੂ ਚਰਨਾਂ ਦੇ ਨਾਲ ਪਿਆਰ ਲੱਗ ਜਾਂਦਾ ਹੈ। ਜਿਸ ਤਰ੍ਹਾਂ ਹੁਣ ਆਪਾਂ ਹੁਕਮਨਾਮਾ ਸੁਣਿਆ, ਗੁਰਪੂਰੈ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ, ਜਹ ਜਾਈਏ ਤਹਾਂ ਸੁਹੇਲੇ। ਜਦੋਂ ਗੁਰੂ ਦੇ ਚਰਨਾਂ ਦਾ ਧਿਆਨ ਧਾਰਨ ਕਰ ਲਗੇ ਨਾ, ਉਦੋਂ ਗੁਰੂ ਮਹਾਰਾਜ ਜੀ ਜਿੱਥੇ ਵੀ ਯਾਦ ਕਰੇ ਉੱਥੇ ਜਾ ਕੇ ਸਹਾਇਤਾ ਕਰਦੇ ਨੇ। ਇੱਕ ਕਸ਼ਮੀਰ ਦੇ ਵਿੱਚ ਹੋਈ ਹੈ ਬਜ਼ੁਰਗ ਮਾਤਾ ਜੀ ਦਾ ਨਾਮ ਸੀ ਭਾਗ ਭਰੀ। ਉਹਨੇ ਇੱਕ ਬਸਤਰ ਉਣ ਕੇ ਰੱਖਿਆ ਸੀ ਧਾਗੇ ਦਾ, ਕਿ ਜਦੋਂ ਛੇਵੇਂ ਪਾਤਸ਼ਾਹ ਮੇਰੇ ਘਰ ਦੇ ਵਿੱਚ ਆਉਣਗੇ ਨਾ, ਤੇ ਇਹਨਾਂ ਦਾ ਚੋਲਾ ਬਣਾ ਕੇ ਤੇ ਮੈਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਵਾਉਣਾ। ਤੇ ਆਪ ਬਜ਼ੁਰਗ ਸੀ। ਇਧਰ ਸਤਿਗੁਰੂ ਮਹਾਰਾਜ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਨੇ ਛੇਵੇਂ ਪਾਤਸ਼ਾਹ, ਬੜਾ ਰਾਜਸਾਜ, ਫੌਜਾਂ, ਜੰਗੀ ਰਾਜਸਾਜ, ਸ੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਹੋਈ ਹੈ, ਬੜਾ ਵੱਡਾ ਰਾਜਸਾਜ ਹੈ। ਉਥੋਂ ਦੀ ਜਿਹੜੀ ਬਜ਼ੁਰਗ ਮਾਤਾ ਸੀ, ਉਹਦੇ ਪੁੱਤਰਾਂ ਨੇ ਵੀ, ਲਾਗੇ ਪ੍ਰੇਮੀਆਂ ਨੇ ਵੀ ਕਹਿਣਾ, ਮਾਤਾ ਇਹ ਜਿਹੜਾ ਤੂੰ ਬਸਤਰ ਬਣਵਾਇਆ ਹੈ ਨਾ, ਇਹਨੂੰ ਅੰਮ੍ਰਿਤਸਰ ਸਾਹਿਬ ਦੇ ਵਿੱਚ ਭੇਜ ਦੇ। ਗੁਰੂ ਸਾਹਿਬ ਜੀ ਦੇ ਕੋਲੋਂ ਇੱਥੇ ਨਹੀਂ ਆਇਆ ਜਾਣਾ, ਕਿ ਉੱਥੇ ਹੁਣ ਰਾਜਸਾਜ ਬਹੁਤ ਹੈ, ਪਤਾ ਨਹੀਂ ਤੁਰਕਾਂ ਦੇ ਨਾਲ ਜੰਗ ਕਿਹੜੇ ਵੇਲੇ ਸ਼ੁਰੂ ਹੋ ਜਾਣਾ ਹੈ, ਤੇ ਤੂੰ ਇਹ ਏਡਾ ਵੱਡਾ ਪਰਨ ਕਰਕੇ ਬੈਠੇ ਕਿ ਗੁਰੂ ਸਾਹਿਬ ਜੀ ਆਉਣਗੇ ਮੇਰੇ ਘਰ ਦੇ ਵਿੱਚ, ਤੇ ਫਿਰ ਮੈਂ ਇਹ ਉਹਨਾਂ ਨੂੰ ਚੋਲਾ ਬਣਵਾ ਕੇ ਪਾਵਾਂਗੀ। ਤੇ ਰੋਜ਼ ਚਰਨਾਂ ਦਾ ਧਿਆਨ ਧਾਰਨ ਕੀਤਾ, ਮਹਾਰਾਜ ਜੀ ਨੂੰ ਯਾਦ ਕਰਦੇ। ਇੱਕ ਦਿਨ ਐਸਾ ਯਾਦ ਕੀਤਾ, ਐਸੇ ਪ੍ਰੇਮ ਦੇ ਵਿੱਚ ਉਹ ਵਿਆਕੁਲ ਹੋ ਗਈ ਮਾਤਾ, ਗੁਰੂ ਦੇ ਚਰਨ ਕਮਲਾਂ ਦਾ ਧਿਆਨ ਧਾਰਨ ਕਰਕੇ। ਤੇ ਗੁਰੂ ਸਾਹਿਬ ਜੀ ਸ੍ਰੀ ਅਕਾਲ ਤਖਤ ਸਾਹਿਬ ਤੇ ਸਜੇ ਹੋਏ ਸੀ ਸੰਗਤਾਂ ਦੇ ਵਿੱਚ, ਤੇ ਸਤਿਗੁਰਾਂ ਨੇ ਦੋਵੇਂ ਹੱਥ ਜਿਹੜੇ ਵੱਖੀਆਂ ਤੇ ਰੱਖ ਲਏ। ਜਦੋਂ ਵੱਖੀਆਂ ਤੇ ਰੱਖ ਲਏ, ਬਾਬਾ ਬਿਧੀ ਚੰਦ ਸਾਹਿਬ ਜੀ ਨੇ ਪੁੱਛਿਆ, ਮਹਾਰਾਜ ਕੀ ਗੱਲ ਹੈ, ਵੱਖੀਆਂ ਦੇ ਉੱਤੇ ਹੱਥ ਰੱਖ ਲਏ ਨੇ? ਕਹਿ ਲਗੇ ਹਿਰਦੇ ਨੂੰ ਖਿੱਚ ਬੜੀ ਪੈ ਰਹੀ ਹੈ। ਮਹਾਰਾਜ ਕੀ ਗੱਲ? ਬਾਬਾ ਬਿਧੀ ਚੰਦ ਜੀ ਕਹਿਣ ਲੱਗੇ ਕਸ਼ਮੀਰ ਦੇ ਵਿੱਚ ਜਾਣਾ ਪੈਣਾ। ਇੱਕ ਬਜ਼ੁਰਗ ਮਾਤਾ ਭਾਗ ਭਰੀ, ਉਹਨੇ ਸਾਨੂੰ ਹੁਣ ਪ੍ਰੇਮ ਦੇ ਨਾਲ ਸਾਡੇ ਚਰਨ ਕਮਲ ਹਿਰਦੇ ਦੇ ਵਿੱਚ ਵਸਾ ਲਏ, ਇੰਨੀ ਖਿੱਚ ਕੀਤੀ, ਹੁਣ ਉੱਥੇ ਜਾਣਾ ਪੈਣਾ। ਸ੍ਰੀ ਅਕਾਲ ਤਖਤ ਸਾਹਿਬ ਤੋਂ ਮਹਾਰਾਜ ਜੀ ਉੱਠੇ, ਮਹਿਲਾਂ ਦੇ ਵਿੱਚ ਗਏ ਨੇ, ਵੱਖੀਆਂ ਦੇ ਉੱਤੇ ਹੱਥ ਨੇ। ਮਾਤਾ ਗੰਗਾ ਜੀ ਨੇ ਪੁੱਛਿਆ ਕਿ ਹੱਥ ਕਿਉਂ ਰੱਖੇ? ਕਹਿਣ ਲੱਗੇ ਮਾਤਾ ਜੀ ਕਸ਼ਮੀਰ ਨੂੰ ਜਾਣਾ ਪੈਣਾ, ਉੱਥੇ ਮਾਤਾ ਜੀ ਇੱਕ ਯਾਦ ਕਰ ਰਹੇ ਨੇ। ਮਾਤਾ ਗੰਗਾ ਜੀ ਕਹਿਣ ਲੱਗੇ ਤਾਂ ਤੁਹਾਡਾ ਪਿਛਲਿਆਂ ਯੁਗਾਂ ਤੋਂ ਇਹ ਤੁਹਾਡਾ ਧਰਮ ਜਿਹੜਾ ਚੱਲਦਾ ਹੈ ਕਿ ਤੁਸੀਂ ਪ੍ਰੇਮ ਦੇ ਵਸੀਕਾਰ ਹੋ, ਜਾਣਾ ਚਾਹੀਦਾ ਹੈ। ਬਹੁਤੇ ਸਿੱਖ ਨੇ ਕੋਈ 25 ਗਿਣਤੀ ਦੇ ਨਾਲ ਇਤਿਹਾਸ ਦੇ ਵਿੱਚ ਜਾਂਦੇ, 25 ਸਿੰਘ ਜਿਹੜੇ ਸਿੱਖ ਸੀ ਸੂਰਬੀਰ ਮਹਾਰਾਜ ਜੀ ਲੈ ਕੇ ਬੜੀ ਛੇਤੀ ਦੇ ਨਾਲ ਕਸ਼ਮੀਰ ਦੇ ਵਿੱਚ ਪਹੁੰਚੇ। ਜਾ ਕਰਕੇ ਉਸ ਭਾਗ ਭਰੀ ਮਾਤਾ ਦੇ ਕੋਲ ਜਾ ਕੇ ਹਾਜ਼ਰ ਹੋਏ, ਦਰਸ਼ਨ ਦਿੱਤੇ, ਕਹਿਣ ਲੱਗੇ ਲਿਆ ਸਾਡਾ ਬਸਤਰ, ਸਾਨੂੰ ਚੋਲਾ ਪਵਾ। ਇਤਿਹਾਸ ਦੇ ਵਿੱਚ ਬਚਨ ਆਇਆ, ਉਸੇ ਵਕਤ ਦੀ ਮਾਤਾ ਉੱਠੀ, ਬਜ਼ੁਰਗ ਮਾਤਾ ਸੀ। ਉਸੇ ਵਕਤ ਦਰਜੀ ਲਿਆਂਦਾ, ਸਤਿਗੁਰਾਂ ਦੇ ਸਰੀਰ ਦੇ ਮੇਚਾ ਲਿਆ ਤੇ ਚੋਲਾ ਬਣਵਾ ਕੇ ਤੇ ਸਤਿਗੁਰਾਂ ਦੇ ਸਰੀਰ ਦੇ ਉੱਤੇ ਪਵਾਇਆ। ਤੇ ਫਿਰ ਉਹਦੀ ਮਹਾਰਾਜ ਜੀ ਨੇ ਭਾਵਨਾ ਪੂਰੀ ਕੀਤੀ। ਫਿਰ ਉਹਦਾ ਅੰਤ ਸਮਾਂ ਹੋ ਗਿਆ, ਫਿਰ ਸਤਿਗੁਰੂ ਜੀ ਦੀ ਅੰਤਮ ਕਿਰਿਆ ਕਰਕੇ ਵਾਪਸ ਮੁੜੇ। ਤੇ ਇਹ ਉਹਨਾਂ ਚਰਨ ਕਮਲਾਂ ਦੀ ਗੱਲ ਹੈ, ਜਿੱਥੇ ਗੁਰੂ ਮਹਾਰਾਜ ਜੀ ਦੇ ਚਰਨ ਕਮਲਾਂ ਦਾ ਜੋ ਕੋਈ ਧਿਆਨ ਧਾਰਨ ਕਰ ਲੈਂਦਾ ਹੈ ਨਾ, ਪਿਆਰ ਕਰ ਲੈਂਦਾ ਹੈ, ਉਹਨਾਂ ਨੂੰ ਸਤਿਗੁਰੂ ਜੀ ਦਰਸ਼ਨ ਦੇ ਕੇ ਸੁਖ ਗੁਣਾਂ ਦੇ ਜਿਹੜੇ ਹੈ ਉਹ ਰਸ ਦੇ ਸਹਿਤ ਕਰ ਦਿੰਦੇ ਨੇ, ਮਹਾਨ ਗੁਣਾਂ ਦੇ ਸਹਿਤ ਕਰ ਦਿੰਦੇ ਹਨ। ਮਨ ਤਨ ਰਤਾ ਸੱਚ ਰੰਗ, ਇੱਕੋ ਨਾਮ ਆਧਾਰ। ਜਿਨ੍ਹਾਂ ਦਾ ਗੁਰੂ ਮਹਾਰਾਜ ਜੀ ਦੇ ਚਰਨ ਕਮਲਾਂ ਦੇ ਨਾਲ ਪਿਆਰ ਲੱਗ ਜਾਂਦਾ ਹੈ ਨਾ, ਉਹ ਫਿਰ ਮਨ ਕਰਕੇ ਗੁਰੂ ਮਹਾਰਾਜ ਜੀ ਦੇ ਵਿੱਚ ਰੱਤੇ ਜਾਂਦੇ ਨੇ, ਤਦਾਕਾਰ ਹੋ ਜਾਂਦੇ, ਤਨ ਕਰਕੇ ਸਰੀਰ ਕਰਕੇ ਵੀ ਸੇਵਾ ਦੇ ਵਿੱਚ ਹਾਜ਼ਰ ਹੋ ਜਾਂਦੇ ਨੇ। ਉਹ ਤਦਾਕਾਰ ਇੱਕ ਰਸ ਪਰਮੇਸ਼ਰ ਦੇ ਨਾਮ ਨੂੰ ਜਪਦੇ ਨੇ। ਫਿਰ ਉਹਨਾਂ ਦਾ ਕੀ ਹੁੰਦਾ ਹੈ? ਕਹਿੰਦੇ ਇੱਕੋ ਨਾਮ ਆਧਾਰ। ਉਹਨਾਂ ਦਾ ਨਾਮ ਹੀ ਆਧਾਰ ਕੀ ਆਸਰਾ ਬਣ ਜਾਂਦਾ ਹੈ। ਸਾਰੇ ਆਸਰੇ ਜਿਹੜੇ ਹੈ
ਉਹ ਖਤਮ ਹੋ ਜਾਂਦੇ ਨੇ। ਕਿਸੇ ਨੂੰ ਕਿਸੇ ਰਾਜੇ ਦਾ, ਕਿਸੇ ਨੂੰ ਪਰਿਵਾਰ ਦਾ, ਕਿਸੇ ਨੂੰ ਮਾਇਆ ਧਨ ਦਾ ਕੋਈ ਆਸਰਾ ਹੁੰਦਾ ਨਾ, ਉਹ ਫਿਰ ਸਾਰੇ ਆਸਰੇ ਛੱਡ ਦਿੰਦੇ। ਫਿਰ ਇੱਕੋ ਨਾਮ ਆਧਾਰ, ਜਿਨ੍ਹਾਂ ਦਾ ਨਾਮ ਦੇ ਵਿੱਚ ਮਨ ਬਾਣੀ ਸਰੀਰ ਕਰਕੇ ਮਨ ਰੰਗਿਆ ਗਿਆ ਹੈ, ਉਹ ਫਿਰ ਇੱਕੋ ਹੀ ਨਾਮ ਦਾ ਆਸਰਾ ਰੱਖਦੇ ਹਨ। ਵਿਖਿਆ ਰੰਗ ਕੂੜਾਵਿਆ ਦਿਸਣ ਸਭੇ ਸ਼ਾਰ। ਫਿਰ ਜਿਹੜੇ ਸੰਸਾਰੀ ਸੋਖੇ ਨਾ, ਵਿਖਿਆ ਮਾਇਆ ਦੇ ਵਿਕਾਰਾਂ ਦੇ, ਇਹ ਸਾਰੇ ਫਿਰ ਨਾਮ ਦੇ ਰਸੀਏ ਦੇ ਅੱਗੇ ਜਿਹੜੇ ਹੈ ਨਾ, ਉਹ ਫਿੱਕੇ ਪੈ ਜਾਂਦੇ ਨੇ। ਉਹ ਕੁਝ ਮਹਿਣਾ ਨਹੀਂ ਰੱਖਦੇ। ਉਹਨੂੰ ਫਿਰ ਨਾਸਵੰਤ ਜਿਹੜੇ ਹੈ, ਉਹ ਨਾਸਵੰਤ ਦੇਖਦੇ ਨੇ ਕਿ ਸਭ ਕੁਝ ਹੀ ਨਾਸਵੰਤ ਹੈ। ਭਾਈ ਤਾਰੂ ਸਿੰਘ ਜੀ, ਜਿਨ੍ਹਾਂ ਦੀ ਅੱਜ ਸ਼ਹੀਦੀ ਹੈ, ਜਿਨ੍ਹਾਂ ਦਾ ਆਪਾਂ ਰੋਜ਼ ਹੀ ਨਾਮ ਅਰਦਾਸ ਦੇ ਵਿੱਚ ਆਉਂਦਾ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਠ ਸੀਸ ਦਿੱਤੇ, ਬੰਦ ਬੰਦ ਕਟਾਏ ਖੋਪਰੀਆਂ ਲਵਾਈਆਂ, ਜਿਨ੍ਹਾਂ ਨੇ ਖੋਪਰੀ ਲਵਾਈ ਸੀ, ਚੜਖੜੀਆਂ ਤੇ ਚੜੇ, ਆਰਿਆਂ ਨਾਲ ਚੜਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਉਸ ਮਹਾਨ ਸੂਰਬੀਰ ਦੀ, ਜਿਹਦਾ ਜਨਮ ਭਾਈ ਤਾਰੂ ਸਿੰਘ ਦਾ 1720 ਈਸਵੀ ਦੇ ਵਿੱਚ ਹੋਇਆ ਸੀ। ਭਾਈ ਤਾਰੂ ਸਿੰਘ ਦਾ ਜਨਮ, ਤੇ ਜਦੋਂ ਇਹਨਾਂ ਦਾ ਪਿੰਡ ਪੂਲਾ ਹੈ, ਪਹਿਲਾਂ ਇਹ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਸੀ, ਹੁਣ ਤਰਨਤਾਰਨ ਜ਼ਿਲ੍ਹਾ ਬਣ ਗਿਆ। ਤਰਨਤਾਰਨ ਜ਼ਿਲ੍ਹੇ ਦੇ ਵਿੱਚ ਪੂਲਾ ਪਿੰਡ ਹੈ, ਜਿੱਥੋਂ ਦਾਸ ਆਇਆ ਨਾ ਸੁਰ ਸਿੰਘ ਦੇ ਪਿੰਡ ਦੇ ਵਿੱਚੋਂ, ਉਸ ਪਿੰਡ ਦੇ ਨਾਲ ਇਸ ਪੂਲਿਆਂ ਦੀ ਜਿਹੜੀ ਜ਼ਮੀਨ ਲੱਗਦੀ ਹੈ, ਜਿੱਥੇ ਦਾਸ ਦੀ ਜ਼ਮੀਨ ਹੈ, ਉੱਥੋਂ 20 ਕਿੱਲੇ ਭਾਈ ਤਾਰੂ ਸਿੰਘ ਦੀ ਜ਼ਮੀਨ ਸੀ, ਜਿੱਥੋਂ ਗਿਰਫਤਾਰ ਕਰਕੇ ਖੜਿਆ ਸੀਗਾ। ਪੂਲੇ ਪਿੰਡ ਦੇ ਵਿੱਚ ਭਾਈ ਤਾਰੂ ਸਿੰਘ ਦਾ ਜਿਹੜਾ ਜਨਮ ਹੈ, ਬਾਬਾ ਜੋਧ ਸਿੰਘ ਜੀ ਪਿਤਾ ਜੀ ਹੈ, ਤੇ ਮਾਤਾ ਧਰਮ ਕੌਰ ਜੀ, ਇਹ ਮਾਤਾ ਜੀ ਹੈ, ਇੱਕ ਇਹਨਾਂ ਦੀ ਭੈਣ ਹੈ। ਜਦੋਂ 1716 ਈਸਵੀ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਤੇ ਜਿੰਨੇ ਇਹਨਾਂ ਦੇ ਸੰਗੀ ਸਾਥੀ ਜੋ ਸ਼ਹੀਦ ਹੋ ਚੁੱਕੇ ਸੀ ਨਾ ਉਸ ਸਮੇਂ, ਤੇ ਉਦੋਂ ਫਿਰ ਇਹਨਾਂ ਮੁਸਲਮਾਨਾਂ ਦਾ ਬੜਾ ਜ਼ੋਰ ਪੈ ਗਿਆ। ਇਹ ਜਿਹੜਾ ਜ਼ਕਰੀਆ ਖਾਨ ਸੀ, ਇਹ ਲਾਹੌਰ ਦਾ ਗਵਰਨਰ ਆ, ਇਹਨੇ ਕਿਹਾ ਕਿ ਸਿੱਖਾਂ ਦੇ ਮੁੱਲ ਸਿਰਾਂ ਦੇ ਪਾਉਣੇ ਸ਼ੁਰੂ ਕਰ ਦਿੱਤੇ, ਗਿਰਫਤਾਰ ਕਰਨੇ ਸ਼ੁਰੂ ਕਰ ਦਿੱਤੇ। ਉਸ ਸਮੇਂ ਜਿਹੜੇ ਸਿੰਘ ਸੀ ਨਾ, ਉਹ ਜੰਗਲਾਂ ਦੇ ਵਿੱਚ ਕੱਟਣਾ ਸਮਾਂ ਸ਼ੁਰੂ ਕਰ ਦਿੱਤਾ ਕਿ ਇਹ ਹੁਣ ਇਹਨਾਂ ਦਾ ਜ਼ੋਰ ਪੈ ਗਿਆ ਹੈ, ਜੰਗਲਾਂ ਦੇ ਵਿੱਚ ਸਿੰਘ ਰਹਿਣੇ ਸ਼ੁਰੂ ਹੋਏ। ਇਹ ਫਿਰ ਭਾਈ ਤਾਰੂ ਸਿੰਘ, ਇਹਦਾ ਜਦੋਂ 4 ਸਾਲ ਬਾਅਦ ਜਨਮ ਹੋਇਆ, 20 ਦੇ ਵਿੱਚ ਹੋਇਆ, 16 ਦੇ ਵਿੱਚ ਇਹਨਾਂ ਦਾ ਜ਼ੋਰ ਪਿਆ ਮੁਸਲਮਾਨਾਂ ਦਾ, ਬਾਬਾ ਬੰਦਾ ਸਿੰਘ ਜੀ ਤੋਂ ਬਹਾਦਰ ਤੋਂ ਬਾਅਦ। ਫਿਰ ਜਦੋਂ ਇਹਨੇ ਸੁਰਤ ਸਮਝ ਲਈ, ਜਨਮ ਤੋਂ ਲੈ ਕੇ ਮਹਾਂਪੁਰਖ ਸੀ ਭਾਈ ਤਾਰੂ ਸਿੰਘ ਜੀ, ਨਾਮ ਦੇ ਰਸੀਏ, ਬੰਦਗੀ ਕਰਨ ਵਾਲੇ। ਜਦੋਂ ਕੁਝ ਕੁ ਸਮਾਂ ਹੋਰ ਸਰੀਰ ਦਾ ਉਮਰ ਬਤੀਤ ਹੋਈ, ਜਵਾਨ ਹੋਏ, ਪਰਿਵਾਰ ਮਾਤਾ ਪਿਤਾ ਦੇ ਨਾਲ, ਭੈਣ ਦੇ ਨਾਲ ਗੁਰਮਤਾ ਕਰਕੇ ਸਿੰਘਾਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਕਿ ਜਿਹੜੇ ਜੰਗਲਾਂ ਦੇ ਵਿੱਚ ਸਿੰਘ ਰਹਿੰਦੇ ਆ ਨਾ, ਇਹਨਾਂ ਦੀ ਸੇਵਾ ਕਰਨੀ ਚਾਹੀਦੀ ਹੈ। ਘਰੋਂ ਪ੍ਰਸ਼ਾਦੇ ਪਕਾਉਣੇ, ਸਾਰਾ ਤਿਆਰ ਕਰਕੇ ਜੰਗਲ ਦੇ ਵਿੱਚ ਜਾ ਕੇ, ਜਿੱਥੇ ਸਿੰਘਾਂ ਦਾ ਪੜਾਅ ਹੁੰਦਾ ਸੀ, ਲੋਕ ਛੁਪ ਕੇ ਬੈਠੇ ਹੁੰਦੇ ਸੀ, ਉੱਥੇ ਜਾ ਕੇ ਪ੍ਰਸ਼ਾਦੇ ਛਕਾਉਣੇ। ਜੇ ਕਿਸੇ ਦਾ ਬਸਤਰ ਫਟਿਆ ਨਾ, ਬਸਤਰ ਦੇਣਾ, ਜੋੜਾ, ਜੋ ਵੀ ਸੇਵਾ ਸੀ, ਉਹ ਭਾਈ ਤਾਰੂ ਸਿੰਘ ਨੇ ਕਰਨੀ ਸ਼ੁਰੂ ਕਰ ਦਿੱਤੀ। ਉਸ ਸਮੇਂ ਹਰ ਭਗਤ ਨਿਰੰਜਨੀ, ਜਿਹਦਾ ਨਾਮ ਹੈ, ਜੰਡਿਆਲੇ ਦੇ ਰਹਿਣ ਵਾਲਾ ਹੈ, ਉਹਨੇ ਲਾਹੌਰ ਦੇ ਵਿੱਚ ਜਾ ਕੇ, ਜਿਹੜਾ ਜ਼ਕਰੀਆ ਖਾਨ ਉਸ ਸਮੇਂ ਦਾ ਗਵਰਨਰ ਹੈ, ਉਹਨੂੰ ਚੁਗਲੀ ਕਰ ਦਿੱਤੀ ਕਿ ਭਾਈ ਤਾਰੂ ਸਿੰਘ ਦਾ ਇੱਕ ਨੌਜਵਾਨ ਸਿੰਘ ਹੈ, ਉਹ ਬਾਗੀਆਂ ਨੂੰ ਪਨਾਹ ਦਿੰਦਾ ਹੈ ਤੇ ਉਹਨਾਂ ਦੀ ਸੇਵਾ ਕਰਦਾ ਹੈ। ਲਾਹੌਰ ਤੋਂ ਫੌਜ ਆ ਗਈ, ਜਿੱਥੇ ਭਾਈ ਤਾਰੂ ਸਿੰਘ ਇਹ ਆਪਣੀ ਖੇਤੀਬਾੜੀ ਦਾ ਕੰਮ ਕਰਿਆ ਕਰਦੇ ਸੀ, ਵਾਹੀ ਕਰਿਆ ਕਰਦੇ ਸੀ, ਆਪਣਾ 10 ਨੌਂ ਦੀ ਕਿਰਤ ਕਰਨੀ ਤੇ ਨਾਲੇ ਸਿੰਘਾਂ ਦੀ ਸੇਵਾ ਕਰਨੀ। ਹਲ ਵਾਹ ਰਹੇ ਸੀ ਆਪਣੀ ਪੈਲੀ ਦੇ ਵਿੱਚ, ਜ਼ਮੀਨ ਦੇ ਵਿੱਚ। ਤੁਰਕਾਂ ਨੇ ਆਣ ਕੇ ਘੇਰਾ ਪਾ ਲਿਆ,
ਪਕੜ ਕਰਕੇ ਲਾਹੌਰ ਦੇ ਵਿੱਚ ਲੈ ਗਏ। ਇਤਿਹਾਸ ਲੰਮਾ, ਆਪਾਂ ਟੂਕ ਮਾਤਰ ਬੇਨਤੀ ਕਰਨੀ। ਲਾਹੌਰ ਦੇ ਵਿੱਚ ਜ਼ਕਰੀਆ ਖਾਨ ਦੇ ਕਚਹਿਰੀ ਦੇ ਵਿੱਚ ਜਾ ਕੇ ਪੇਸ਼ ਕੀਤਾ। ਉਹਨੇ ਪੁੱਛਿਆ, ਤਾਰੂ ਸਿੰਘ, ਤੈਨੂੰ ਪਤਾ ਹੈ ਕਿ ਸਰਕਾਰ ਦੇ ਕਿੰਨੇ ਕਾਨੂੰਨ ਸਖਤ ਹੈ ਕਿ ਬਾਗੀ ਜਿਹੜੇ ਭਗੌੜੇ ਸਿੰਘ ਹੈ ਉਹ ਸਰਕਾਰ ਦੇ ਬਾਗੀ ਹੈ, ਉਹਨਾਂ ਦੇ ਸਿਰਾਂ ਦੇ ਮੁੱਲ ਪੈ ਰਹੇ ਨੇ, ਤੇ ਤੂੰ ਉਹਨਾਂ ਨੂੰ ਪਨਾਹ ਦੇਣਾ ਹੈ, ਆਏ ਗਿਆ ਨੂੰ ਕੋਲ ਰੱਖਦਾ ਘਰ ਦੇ ਵਿੱਚ, ਉਹਨਾਂ ਨੂੰ ਜੰਗਲਾਂ ਦੇ ਵਿੱਚ ਜਾ ਕੇ ਪ੍ਰਸ਼ਾਦੇ ਛਕਾ ਕੇ ਤੇ ਸਾਡੇ ਨਾਲ ਲੜਨ ਵਾਸਤੇ ਤਿਆਰ ਕਰਦਾ। ਤੈਨੂੰ ਪਤਾ ਇਹਦੀ ਸਜ਼ਾ ਕੀ ਹੈ? ਭਾਈ ਤਾਰੂ ਸਿੰਘ ਨੇ ਕਿਹਾ, ਜ਼ਕਰੀਆ ਖਾਨ, ਇਹ ਗੁਰੂ ਕੇ ਸਿੱਖ ਦਾ ਧਰਮ ਹੈ। ਜੇ ਤੂੰ ਵੀ ਮੇਰੇ ਘਰ ਦੇ ਵਿੱਚ ਚੱਲ ਕੇ ਆ ਜਾਵੇਂਗਾ, ਪ੍ਰਸ਼ਾਦਾ ਤੈਨੂੰ ਵੀ ਮਿਲੇਗਾ, ਤੇਰੀ ਵੀ ਸੇਵਾ ਹੋਵੇਗੀ। ਤਾਂ ਗੁਰੂ ਨਾਨਕ ਸਾਹਿਬ ਜੀ ਨੇ ਇਹ ਧਰਮ ਚਲਾਇਆ ਗੁਰਸਿੱਖੀ ਦਾ ਪਰਉਪਕਾਰ ਸੇਵਾ ਦੇ ਵਾਸਤੇ। ਮੈਂ ਤਾਂ ਸੇਵਾ ਕਰਦਾ ਹਾਂ, ਮੁਸਲਮਾਨ ਆ ਜਾਵੇ, ਹਿੰਦੂ ਆ ਜਾਵੇ, ਸਿੱਖ ਆ ਜਾਵੇ, ਮੇਰਾ ਕੰਮ ਹੈ ਪ੍ਰਸ਼ਾਦਾ ਛਕਾਉਣਾ, ਉਹਨੂੰ ਵਸਤਰ ਦੇਣਾ। ਉਹ ਜ਼ਿਆਦਾ ਖਿੱਚ ਗਿਆ ਕਿ ਇਹਦੀ ਸਜ਼ਾ ਬਹੁਤ ਵੱਡੀ ਭਾਰੀ ਹੈ, ਬੜੀ ਤਗੜੀਆਂ ਸਜ਼ਾਵਾਂ ਦਿੱਤੀਆਂ। ਪਹਿਲਾਂ ਤਾਂ ਉਹਨੂੰ ਸਜ਼ਾਵਾਂ ਦਿੱਤੀਆਂ ਕਿ ਸਿੰਘਾਂ ਦੀ ਸੇਵਾ ਕਰਦਾ ਹੈ, ਕੁੱਟਮਾਰ ਜੋ ਸਮੇਂ ਦੀ ਸੀ ਤੁਰਕਾਂ ਨੇ ਕੀਤੀ। ਫਿਰ ਜਦੋਂ ਨਾ ਕੋਈ ਗੱਲ ਬਣੀ, ਫਿਰ ਉਹਨਾਂ ਨੇ ਭਾਈ ਤਾਰੂ ਸਿੰਘ ਨੂੰ ਲਾਲਚ ਵੀ ਦਿੱਤੇ ਕਿ ਤੂੰ ਸਿੱਖੀ ਤੋਂ ਕੀ ਲੈਣਾ ਹੈ, ਤੂੰ ਮੁਸਲਮਾਨ ਬਣ, ਤੇਰਾ ਚੰਗਾ ਬੇਗਮਾਂ ਦੇ ਨਾਲ ਵਿਆਹ ਕੀਤਾ ਜਾਵੇਗਾ, ਲੜਕੀਆਂ ਤੇਰੇ ਮੁਸਲਮਾਨਾਂ ਦੀਆਂ, ਤੈਨੂੰ ਜ਼ਮੀਨ ਕੋਈ ਰਿਆਸਤ ਦਿੱਤੀ ਜਾਵੇਗੀ, ਤੈਨੂੰ ਮਾਲਕੀ ਦਿੱਤੀ ਜਾਵੇਗੀ, ਤੈਨੂੰ ਬਹੁਤ ਵੱਡੀ ਜਿਹੜੀ ਹੈ ਉਹ ਮਾਲਕੀ ਦਿੱਤੀ ਜਾਵੇਗੀ, ਤੂੰ ਅਮੀਰ ਹੋ ਜਾਵੇਗਾ, ਤੇਰੀ ਬਾਦਸ਼ਾਹ ਤੱਕ, ਸਰਕਾਰੀ ਦਰਬਾਰੇ ਤੱਕ ਤੇਰੀ ਜਿਹੜੀ ਹੈ ਉਹ ਪਹੁੰਚ ਹੋ ਜਾਵੇਗੀ। ਭਾਈ ਤਾਰੂ ਸਿੰਘ ਕਹਿਣ ਲੱਗਾ, ਨਹੀਂ, ਜੋ ਗੁਰੂ ਕੀ ਸਿੱਖੀ ਦੇ ਵਿੱਚ ਹੈ ਨਾ, ਸੁਖ ਹੈ, ਆਨੰਦ ਹੈ ਸੇਵਾ ਦੇ ਵਿੱਚ, ਉਹ ਇਹਨਾਂ ਦੇ ਵਿੱਚ ਨਹੀਂ ਹੈ। ਤਾਂ ਭਾਈ ਸਾਹਿਬ ਨਾਸਵੰਤ ਹੈ, ਇਹ ਰਾਜ ਸਾਰੇ ਖਤਮ ਹੋਣ ਵਾਲੇ ਨੇ, ਕਿਸੇ ਨੇ ਇੱਥੇ ਰਹਿਣਾ ਨਹੀਂ ਹੈ, ਮੈਨੂੰ ਇਹ ਪ੍ਰਵਾਨ ਨਹੀਂ। ਜਦੋਂ ਬੜੀਆਂ ਭਰਾ ਜਿਹੜੀਆਂ ਸਜ਼ਾਵਾਂ ਦਿੱਤੀਆਂ ਗਈਆਂ, ਭਾਈ ਤਾਰੂ ਸਿੰਘ ਜੀ ਨਾ ਮੰਨੇ। ਫਿਰ ਕਹਿਣ ਲੱਗੇ, ਭਾਈ ਤਾਰੂ ਸਿੰਘ, ਜਿਹੜਾ ਤੈਨੂੰ ਆਪਣੇ ਕੇਸਾਂ ਦਾ ਮਾਣ ਹੈ ਕਿ ਮੈਂ ਆਪਣੇ ਕੇਸਾਂ ਤੇ ਸਵਾਸਾਂ ਕੇਸਾਂ ਦੇ ਨਾਲ ਸਿੱਖੀ ਨਿਭਾਉਣੀ ਹੈ, ਤੇਰੇ ਅਸੀਂ ਕੇਸ ਹੀ ਕਤਲ ਕਰ ਦੇਵਾਂਗੇ, ਤੇ ਫਿਰ ਤੂੰ ਕਿਸ ਤਰ੍ਹਾਂ ਸਿੱਖੀ ਨਿਭਾ ਲਵੇਂਗਾ? ਜਦੋਂ ਭਾਈ ਤਾਰੂ ਸਿੰਘ ਨੇ ਇਹ ਸੁਣਿਆ, ਉਸੇ ਵਕਤ ਹੀ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਾਰਨ ਕਰ ਲਿਆ ਕਿ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ, ਜੋ ਮੇਰਾ ਪਰਨ ਹੈ, ਮੈਂ ਆਪ ਜੀ ਦੇ ਖਾਲਸੇ ਦੀ ਸੇਵਾ ਕੀਤੀ ਹੈ, ਤੇ ਜਿਹੜੀ ਆਪ ਜੀ ਦੇ ਖਾਲਸੇ ਦੀ ਸੇਵਾ ਕਰਦਾ ਉਹ ਤੇਰੀ ਸੇਵਾ, ਤੂੰ ਜੋ ਬਚਨ ਕਿਹਾ ਨਾ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੋ ਨਿਵਾਸ, ਖਾਲਸਾ ਮੇਰੋ ਮੁਖ ਹੈ ਅੰਗ, ਖਾਲਸੇ ਕੇ ਹੋਂ ਸਦਾ ਸੰਗ। ਮਹਾਰਾਜ, ਮੈਂ ਆਪ ਜੀ ਦਾ ਰੂਪ ਜਾਣ ਕੇ ਖਾਲਸੇ ਦੀ ਸੇਵਾ ਕੀਤੀ ਹੈ, ਮੈਂ ਵੀ ਖਾਲਸਾ ਰੂਪ ਹੈ। ਇਹਨਾਂ ਨੇ ਮੇਰੇ ਕੇਸ ਕੱਟਣ ਦਾ ਜਿਹੜਾ ਹੁਕਮ ਕਰ ਦਿੱਤਾ, ਤੇ ਆਪ ਕਿਰਪਾ ਕਰਿਓ। ਇੱਥੇ ਚਰਨ ਕਮਲਾਂ ਦੀ ਗੱਲ ਚੱਲ ਰਹੀ ਹੈ ਨਾ, ਮਹਾਰਾਜ ਜੀ ਦਾ ਬਚਨ ਚੱਲ ਰਿਹਾ ਹੈ, ਸਾਵਣ ਸਰਸੀ ਕਾਮਨੀ ਚਰਨ ਕਮਲ ਸਿਓ ਪਿਆਰ। ਜਦੋਂ ਭਾਈ ਤਾਰੂ ਸਿੰਘ ਨੇ ਕਲਗੀਧਰ ਪਾਤਸ਼ਾਹ ਜੀ ਦਾ ਧਿਆਨ ਚਰਨਾਂ ਦਾ ਧਿਆਨ ਧਾਰਨ ਕਰ ਲਿਆ ਨਾ, ਜਿਹੜਾ ਜਲਾਲ ਸੀ ਉਹ ਰੰਬੀ ਜੀ ਲੈ ਕੇ ਭਾਈ ਤਾਰੂ ਸਿੰਘ ਦੇ ਕੋਲ ਆਇਆ, ਕਹਿਣ ਲੱਗਾ ਤੇਰੀ ਖੋਪੜੀ ਲਾਉਣੀ ਹੈ। ਭਾਈ ਤਾਰੂ ਸਿੰਘ ਖੁਸ਼ ਹੋਇਆ, ਕਹਿਣ ਲੱਗਾ ਖੋਪੜੀ ਦਾ ਕੋਈ ਗੱਲ ਨਹੀਂ, ਖੋਪੜੀ ਲੈ ਜਾਵੇ ਤਾਂ ਕੋਈ ਗੱਲ ਨਹੀਂ, ਕੇਸ ਨਹੀਂ ਕਤਲ ਹੋਣੇ ਚਾਹੀਦੇ। ਕਹਿੰਦੇ ਆ ਕਿ ਇਤਿਹਾਸ ਦੇ ਵਿੱਚ ਬਚਨੇ ਵੀ ਆਏ ਆ ਕਿ ਜਦੋਂ ਮੈਂ ਕੈਂਚੀ ਦੇ ਨਾਲ ਕੇਸ ਕੱਟਣੇ ਸ਼ੁਰੂ ਕਰਨ ਲੱਗੇ ਸੀ ਨਾ, ਤੇ ਕੇਸ ਵੀ ਕਹਿੰਦੇ ਲੋਹੇ ਦੀਆਂ ਤਾਰਾਂ ਦੀ ਤਰ੍ਹਾਂ ਹੋ ਗਏ, ਕਿਉਂ ਕਰਕੇ ਗੁਰੂ ਮਹਾਰਾਜ ਜੀ ਦਾ ਚਰਨਾਂ ਦਾ ਧਿਆਨ ਸੀ ਨਾ। ਪਰ ਮੁੜ ਕੇ ਹੈਰਾਨ ਹੋਏ, ਕਹਿਣ ਲੱਗੇ, ਜ਼ਕਰੀਆ ਖਾਨ ਸਾਹਮਣੇ ਬੈਠਾ ਹੈ, ਕਹਿਣ ਲੱਗਾ ਖੋਪੜਾ ਹੀ ਲਾ ਦਿਓ। ਭਾਈ ਤਾਰੂ ਸਿੰਘ ਖੁਸ਼ ਹੋਇਆ, ਕਹਿਣ ਲੱਗਾ ਕੋਈ ਗੱਲ ਨਹੀਂ, ਖੋਪੜਾ ਤੇ ਲੈ ਜਾਵੇਗਾ, ਮੇਰੀ ਸਿੱਖੀ ਤਾਂ ਨਿਭ ਜਾਵੇਗੀ ਨਾ, ਗੁਰੂ ਤੋਂ ਤਾਂ ਬੇਮੁਖ ਨਹੀਂ ਨਾ ਹੋਵਾਂਗਾ। ਜਦੋਂ ਰੰਬੀ ਦੇ ਨਾਲ
ਪਰ ਉਹ ਜ਼ਕਰੀਆ ਖਾਨ ਨੂੰ ਕਿਹਾ ਸੀ ਕਿ ਤੂੰ ਮੈਨੂੰ ਕੀ ਮਾਰਨਾ, ਮੈਂ ਤੈਨੂੰ ਜੁੱਤੀ ਦੇ ਅੱਗੇ ਲਾ ਕੇ ਖੜਨਾ, ਤੈਨੂੰ ਪਹਿਲਾਂ ਨਰਕਾਂ ਦੇ ਵਿੱਚ ਪਹੁੰਚਾਵਾਂਗਾ, ਸੱਚਖੰਡ ਦੇ ਵਿੱਚ ਬਾਅਦ ਜਾਵਾਂਗਾ। ਜਦੋਂ ਭਾਈ ਤਾਰੂ ਸਿੰਘ ਦੀ ਖੋਪੜੀ ਲਾਹ ਦਿੱਤੀ, ਜੋ ਖੋਪੜੀ ਲਾਹ ਰਹੇ ਸੀ ਨਾ, ਤੇ ਜ਼ਕਰੀਆ ਖਾਨ ਦੇ ਪੇਟ ਦੇ ਵਿੱਚ ਗੜਬੜ ਹੋਣੀ ਸ਼ੁਰੂ ਹੋ ਗਈ। ਲਹਿੰਦਿਆਂ ਤੱਕ ਉਹਨੂੰ ਪਿਸ਼ਾਬ ਦਾ ਬੰਨ ਪੈ ਗਿਆ, ਪੇਟ ਫੁੱਲ ਗਿਆ, ਦੁਖੀ ਹੋਣ ਲੱਗ ਪਿਆ। ਬੜੇ ਡਾਕਟਰਾਂ ਨੂੰ ਸੱਦਿਆ ਗਿਆ ਪਰ ਕੋਈ ਗੱਲ ਨਾ ਬਣੀ। ਫਿਰ ਕਹਿੰਦੇ ਨੇ ਆਪਣੀ ਮਾਫੀ ਦੇ ਵਾਸਤੇ ਜਿੱਥੇ ਕੋਈ ਖਾਲਸਾ ਸੀ ਨਾ, ਜਿਸ ਤਰ੍ਹਾਂ ਭਾਈ ਸ਼ਬੇਗ ਸਿੰਘ ਜੀ, ਸ਼ਾਹਬਾਜ਼ ਸਿੰਘ ਜੀ ਪਿਓ ਪੁੱਤਰ ਸੀ ਨਾ, ਜਿਹੜੇ ਜਿਨ੍ਹਾਂ ਨੂੰ ਚੜਖੜੀਆਂ ਤੇ ਚਾੜਿਆ ਸੀ, ਇਹ ਫੈਸਲਾ ਜਿਹੜਾ ਸੀਗਾ ਭਾਈ ਸ਼ਾਹਬਾਜ਼ ਸਿੰਘ ਜਿੱਥੇ ਸੀ ਨਾ, ਉੱਥੇ ਇਹਦਾ ਗਿਆ ਕਿ ਚਿੱਠੀ ਪੱਤਰ ਗਿਆ ਕਿ ਮੈਨੂੰ ਖਾਲਸਾ ਮਾਫੀ ਦੇ ਦੇਵੇ, ਮੈਂ ਇਸ ਤਰ੍ਹਾਂ ਕੀਤਾ ਹੈ। ਜ਼ਕਰੀਆ ਖਾਨ ਦੀ ਜਦੋਂ ਭਾਈ ਸ਼ਬੇਗ ਸਿੰਘ ਨੇ ਸਾਰੀ ਸੁਨੇਹਾ ਸੁਣਿਆ, ਭਾਈ ਸ਼ਬੇਗ ਸਿੰਘ ਕਹਿਣ ਲੱਗਾ ਨਹੀਂ, ਇਹਨੂੰ ਮਾਫੀ ਤਾਂ ਹੀ ਹੋ ਸਕਦੀ ਹੈ ਭਾਈ ਤਾਰੂ ਸਿੰਘ ਦਾ ਜਿਹੜਾ ਚਰਨਾਂ ਦਾ ਜੋੜਾ ਦੇ ਸਿਰ ਦੇ ਵਿੱਚ ਮਾਰੋ ਤਾਂ ਫੇਰ ਇਹਨੂੰ ਪਿਸ਼ਾਬ ਆ ਜਾਵੇਗਾ। ਸਤਿਕਾਰਯੋਗ ਸੰਗਤ ਜੀ, ਇਹ ਗੱਲ ਹੋਈ ਕਿ ਚਰਨਾਂ ਦਾ ਜੋੜਾ ਲਿਆ, ਜਿਉਂ ਜ਼ਕਰੀਆ ਖਾਨ ਦੇ ਸਿਰ ਦੇ ਵਿੱਚ ਉਹਦੇ ਨਾਲ ਦੇ ਜ਼ੋਰ 'ਚ ਮਾਰਦੇ ਇਹਨਾਂ ਨੂੰ ਥੋੜਾ ਥੋੜਾ ਪਿਸ਼ਾਬ ਆਉਂਦਾ। ਫਿਰ ਕਹਿੰਦਾ ਨੇ ਜ਼ਿਆਦਾ ਜ਼ੋਰ 'ਚ ਮਾਰੋ, ਜਾਂ ਆਪਣੇ ਸਿਰ ਦੇ ਵਿੱਚ ਜ਼ੋਰ ਦੇ ਵਿੱਚ ਛਿੱਤਰ ਬਣਾਉਂਦਾ। 22 ਦਿਨ ਭਾਈ ਤਾਰੂ ਸਿੰਘ ਜੀ ਖੋਪੜਾ ਲਹਾ ਕੇ ਵੀ ਜਿੰਦਾ ਰਹੇ ਤੇ 22 ਦਿਨ ਨੂੰ ਛਿੱਤਰ ਹੀ ਪੈਂਦੇ ਰਹੇ। ਇਹ ਛਿੱਤਰਾਂ ਦੀ ਮਾਰ ਦੇ ਨਾਲ ਜ਼ਕਰੀਆ ਖਾਨ ਮਰ ਗਿਆ। ਤੇ ਉਧਰ ਹੀ ਫਿਰ ਭਾਈ ਤਾਰੂ ਸਿੰਘ ਦਾ ਜਿਹੜਾ ਸੀ, ਅੱਜ ਦੇ ਦਿਨ 16 ਜੁਲਾਈ ਵਾਲੇ ਦਿਨ ਭਾਈ ਤਾਰੂ ਸਿੰਘ ਦੀ ਜਿਹੜੀ ਸ਼ਹੀਦੀ ਸੀ ਉਹ ਲਾਹੌਰ ਦੇ ਵਿੱਚ ਹੋਈ। ਜਿਹੜੀ ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਭਾਈ, ਸਵਾਸਾਂ ਦੇ ਨਾਲ ਤੇ ਕੇਸਾਂ ਦੇ ਨਾਲ ਨਿਭਾਈ। ਐਸੇ ਰੱਬ ਦੇ ਪਿਆਰੇ ਦਾ ਭਾਈ ਤਾਰੂ ਸਿੰਘ ਦਾ ਵੀ ਅੱਜ ਜਿਹੜਾ ਉਹ ਸ਼ਹੀਦੀ ਪੁਰਬ ਹੈ, ਸੰਗਤਾਂ ਨੇ ਮਨਾਇਆ ਹੈ। ਤੋ ਇੱਥੇ ਭਾਵੇਂ ਉਹਨਾਂ ਨੇ ਜਿੰਨੇ ਮਰਜ਼ੀ ਲਾਲਚ ਦਿੱਤੇ ਸੀ ਕਿ ਤੈਨੂੰ ਦੁਨੀਆ ਦੇ ਰਾਜ ਦੇ ਦਿੰਦੇ ਆ, ਨਵੀਆਂ ਬੇਗਮਾਂ ਆਦਿਕ ਕਈ ਕੁਝ ਦਾ ਲਾਲਚ ਦਿੱਤਾ ਸੀ ਨਾ, ਪਰ ਭਾਈ ਤਾਰੂ ਸਿੰਘ ਨੇ ਕਿਹਾ ਸੀ ਰਾਜ ਨ ਚਾਹੋ ਮੁਕਤ ਨ ਚਾਹੋ, ਮਨ ਪ੍ਰੀਤ ਚਰਨ ਕਮਲ ਆਰੇ। ਨਾ ਰਾਜ ਦੀ ਲੋੜ ਹੈ, ਨਾ ਕਿਸੇ ਹੋਰ ਦੀ ਲੋੜ ਹੈ, ਸਾਨੂੰ ਤਾਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦਾ ਪਿਆਰ ਹੀ ਚਾਹੀਦਾ ਹੈ। ਇਹ ਜੋ ਵੀ ਤੁਸੀਂ ਦਿਸ ਰਹੇ ਸਾਰਾ ਨਾਸਵੰਤ ਹੈ, ਇਹ ਸਭ ਕੁਝ ਖਤਮ ਹੋਣ ਵਾਲਾ। ਤੁਸੀਂ ਮੈਨੂੰ ਇਹ ਕੀ ਜਿਹੜਾ ਹੈ ਉਹ ਲਾਲਚ ਦੇ ਰਹੇ। ਭਾਈ ਤਾਰੂ ਸਿੰਘ ਨੇ ਕਿਹਾ ਸੀ। ਤੇ ਇੱਥੇ ਗੁਰੂ ਅਰਜਨ ਦੇਵ ਮਹਾਰਾਜ ਵੀ ਕਹਿ ਰਹੇ ਨੇ ਨਾ, ਜਿਨ੍ਹਾਂ ਨੂੰ ਨਾਮ ਦਾ ਆਸਰਾ ਹੋ ਜਾਂਦਾ ਨਾ, ਇੱਕੋ ਨਾਮ ਆਧਾਰ, ਫਿਰ ਉਹਨਾਂ ਦੀ ਬਿਰਤੀ ਕਿਹੋ ਜਿਹੀ ਹੋ ਜਾਂਦੀ। ਭਾਈ ਤਾਰੂ ਸਿੰਘ ਵਾਂਗੂ ਕਹਿੰਦੇ ਆ, ਵਿਖਿਆ ਰੰਗ ਕੁੰਡਾਵਿਆ ਦਿਸਨ ਸਭੇ ਸ਼ਾਰ। ਇਹ ਜਿੰਨੇ ਵੀ ਮਾਇਆ ਦੇ ਰੰਗ ਨੇ ਨਾ, ਰਾਜ ਨੇ ਕੁੰਡਾਵੇ, ਝੂਠੇ ਦਿਸਣ ਲੱਗ ਪੈਂਦੇ ਨੇ, ਫਿੱਕੇ ਪੈ ਜਾਂਦੇ, ਦਿਸਨ ਸਭੇ ਸ਼ਾਰ, ਇਹ ਸਾਰੇ ਨਾਸਵੰਤ ਦਿਸਣ ਲੱਗ ਪੈਂਦੇ ਹਨ। ਹਰ ਅੰਮ੍ਰਿਤ ਬੂੰਦ ਸੁਹਾਵਣੀ, ਮਿਲ ਸਾਧੂ ਪੀਵਨ ਹਾਰ। ਕਹਿੰਦੇ ਕਿ ਜਿਹੜੀ ਬੂੰਦ, ਕਿ ਜਿਹੜੀ ਨਾਮ ਦੀ ਬੂੰਦ ਹੈ ਨਾ, ਅੰਮ੍ਰਿਤ ਰੂਪ ਬੂੰਦ ਹੈ, ਉਹ ਬੜੀ ਸੁਹਾਵਣੀ ਹੈ, ਬੜੀ ਸ਼ੋਭਨੀਕ ਹੈ, ਜਿਹੜੀ ਅੰਮ੍ਰਿਤ ਨਾਮ ਦੀ ਬੂੰਦ ਹੈ। ਕਿਉਂ ਕਰਕੇ ਜਦੋਂ ਸਾਉਣ ਦੇ ਮਹੀਨੇ ਦੇ ਵਿੱਚ ਮੀਂਹ ਪੈਂਦਾ ਹੈ ਨਾ, ਬੂੰਦਾਂ ਪੈਂਦੀਆਂ ਨੇ ਤੇ ਬੱਦਲ ਆਉਂਦਾ ਹੈ, ਗੱਜਦਾ ਹੈ, ਤੇ ਉਹ ਜਿੰਨੀਆਂ ਵੀ ਬੂੰਦਾਂ ਧਰਤੀ ਦੇ ਉੱਤੇ ਪੈਂਦੀਆਂ, ਜਿੰਨਾ ਵੀ, ਉਹ ਸਾਰੀ ਧਰਤੀ ਨੂੰ ਹਰਿਆ ਭਰਿਆ ਕਰ ਦਿੰਦੀਆਂ ਨੇ, ਜਿਹੜੀਆਂ ਪਾਣੀ ਦੀਆਂ ਬੂੰਦਾਂ ਹੁੰਦੀਆਂ ਨੇ। ਕਹਿੰਦੇ ਕਿ ਇਸ ਤਰ੍ਹਾਂ ਹੀ ਜਦੋਂ ਗੁਰੂ ਰੂਪੀ ਬੱਦਲ ਆਉਂਦਾ ਹੈ ਨਾ, ਉਹ ਨਾਮ ਰੂਪੀ ਅੰਮ੍ਰਿਤ ਦੀ ਜਦੋਂ ਬੂੰਦਾਂ ਦੀ ਉਪਦੇਸ਼ ਦੀ ਵਰਖਾ ਕਰਦਾ ਹੈ ਨਾ, ਉਦੋਂ ਫਿਰ ਇਸ ਬੜੀ ਸੋਭਨੀਕ ਹੁੰਦੀ ਹੈ। ਉਹ ਬੂੰਦਾਂ ਜਿਹੜੀਆਂ ਮਿਲਦੀਆਂ ਕਿੱਥੋਂ ਹਨ, ਜਿਹੜੀਆਂ ਗੁਰੂ ਰੂਪੀ ਬੱਦਲ ਨਾਮ ਦੀਆਂ ਉਪਦੇਸ਼ ਦੀਆਂ ਬੂੰਦਾਂ ਬਖਸ਼ਿਸ਼ ਕਰਦਾ ਹੈ, ਮੀਂਹ ਪਾਉਂਦਾ ਹੈ, ਉਹ ਕਿੱਥੋਂ ਪ੍ਰਾਪਤ ਹੁੰਦਾ। ਮਹਾਰਾਜ ਕਹਿੰਦੇ ਮਿਲ ਸਾਧੂ ਪੀਵਨ ਹਾਰ, ਕਿ ਜੇ ਇਹ ਬੂੰਦਾਂ ਲੈਣੀਆਂ ਨੇ ਨਾ ਨਾਮ ਰੂਪ ਅੰਮ੍ਰਿਤ ਦੀਆਂ, ਜਿਹੜੀਆਂ ਸ਼ੋਭਨੀਪ ਕਰਨ ਵਾਲੀਆਂ ਨੇ, ਹਿਰਦੇ ਨੂੰ ਖਿੜਨ ਵਾਲੀਆਂ ਨੇ, ਇਹ ਫਿਰ ਸੰਤ ਸੰਗਤ ਦੇ ਵਿੱਚ ਜਾ, ਸਾਧੂਆਂ ਦੇ ਨਾਲ ਮਿਲ ਕੇ ਬਹੁ ਗੁਰੂ ਕੀ ਸੰਗਤ ਦੇ ਵਿੱਚ, ਉੱਥੇ ਨਾਮ ਰੂਪੀ ਬੂੰਦਾਂ ਨੂੰ ਜਿਹੜੀਆਂ ਛਕਣਾ ਕਰ।
ਕੰਨਾਂ ਰੂਪੀ ਡੋਨਿਆਂ ਦੇ ਨਾਲ ਨਾਮ ਨੂੰ ਛਕਣਾ ਕਰ, ਨਾਮ ਨੂੰ ਜਿਹੜਾ ਹੈ ਜਪਣਾ ਕਰ। ਇਹ ਉੱਥੇ ਜਾ ਕੇ ਤੈਨੂੰ ਪ੍ਰਾਪਤ ਹੋਣੀ ਆ। ਕਹਿੰਦੇ ਹਰ ਅੰਮ੍ਰਿਤ ਬੂੰਦ ਸੁਹਾਵਣੀ, ਮਿਲ ਸਾਧੂ ਪੀਵਨ ਹਰ। ਜੀ ਨਾਮ ਰੂਪੀ ਬੂੰਦ ਹੈ ਨਾ, ਉਹ ਬੜੀ ਸ਼ੋਭਨੀਕ ਹੈ, ਬੜੀ ਪਵਿੱਤਰ ਹੈ, ਉਹ ਅੰਮ੍ਰਿਤ ਰੂਪ ਹੈ। ਉਹ ਭਾਵ ਕਿ ਗੁਰੂ ਦੇ ਕੋਲੋਂ ਮਿਲਦੀ ਹੈ, ਉਹ ਸਾਧ ਸੰਗਤ ਦੇ ਵਿੱਚੋਂ ਮਿਲਦੀ ਹੈ। ਤੂੰ ਉੱਥੇ ਸੰਗਤ ਦੇ ਵਿੱਚ ਜਾ ਕੇ ਬੈਠਿਆ ਕਰ ਤੇ ਕੰਨਾਂ ਰੂਪੀ ਡੋਨਿਆਂ ਦੇ ਨਾਲ ਗੁਰਬਾਣੀ ਰੂਪ ਅੰਮ੍ਰਿਤ ਨੂੰ ਛਕਿਆ ਕਰ। ਸੁਨਨ ਰੂਪ ਵਣ ਤੈਨ ਪ੍ਰਭ ਸੰਗ ਮੌਲਿਆ, ਸਮਰੱਥ ਪੁਰਖ ਅਪਾਰ। ਜਦੋਂ ਸਾਉਣ ਦੇ ਮਹੀਨੇ ਦੇ ਵਿੱਚ ਮੀਂਹ ਪੈਂਦਾ ਹੈ ਨਾ, ਵਣ ਨਾਮ ਹੁੰਦਾ ਜੰਗਲ ਦਾ। ਜੰਗਲ ਜਿਹੜਾ ਸਾਰਾ ਹੀ ਹਰਿਆ ਹੋ ਜਾਂਦਾ ਹੈ ਤੇ ਤਿਣ ਜਿਹੜੀਆਂ ਤਿੜਾਂ ਹੁੰਦੀਆਂ ਨੇ, ਘਾਹ ਆਦਿਕ, ਇਹ ਵੀ ਖੇਡ ਖੜਾ ਦੇ ਵਿੱਚ ਆ ਜਾਂਦਾ। ਸਾਰੀ ਬਨਸਪਤੀ ਜਿਹੜੀ ਹੈ ਨਾ ਉਹ ਖਿੜ ਜਾਂਦੀ ਹੈ। ਪਰ ਜਿਹੜਾ ਜਵਾਹੇ ਦਾ ਬੂਟਾ ਹੁੰਦਾ ਨਾ, ਜਵਾਹੇ ਦਾ, ਉਹ ਸੜ ਜਾਂਦਾ। ਤੇ ਇੱਕ ਜਿਹੜਾ ਅੱਕ ਦਾ ਬੂਟਾ ਹੁੰਦਾ, ਅੱਕ, ਉਹ ਵੀ ਮੀਂਹ ਪੈਣ ਦੇ ਨਾਲ ਉਹ ਵੀ ਸੜ ਜਾਂਦਾ। ਜਿਸ ਤਰ੍ਹਾਂ ਭਾਈ ਗੁਰਦਾਸ ਜੀ ਨੇ ਕਿਹਾ ਨਾ, ਅੱਕ ਜੰਮੇ ਸਾਵਣ ਵਣ ਹਰਿਆਵਲੇ, ਅੱਕ ਜੰਮੇ ਔੜੀ। ਕਿ ਜਦੋਂ ਔੜ ਲੱਗੀ ਹੁੰਦੀ ਹੈ ਉਦੋਂ ਅੱਗ ਜਿਹੜਾ ਬੜਾ ਫੈਲਦਾ ਹੈ। ਜਦੋਂ ਮੀਂਹ ਪੈਂਦਾ ਹੈ ਤੇ ਇਹ ਜਿਹੜਾ ਨਾਸ ਹੋ ਜਾਂਦਾ ਜਵਾਹੇ ਦਾ ਜਿਹੜਾ ਬੂਟਾ ਹੁੰਦਾ ਤੇ ਅੱਗ। ਕਹਿੰਦੇ ਕਿ ਇਸੇ ਤਰ੍ਹਾਂ ਹੀ ਵਣ ਕਹੀਏ ਜਿਹੜਾ ਮਨੁੱਖ ਹੈ ਨਾ, ਜੀਵ ਜਗਿਆਸੂ ਹੈ। ਜਦੋਂ ਗੁਰੂ ਰੂਪੀ ਬੱਦਲ ਮੀਂਹ ਪਾਉਂਦਾ ਨਾ, ਨਾਮ ਉਪਦੇਸ਼ ਦਾ ਵਣ ਕਹੀਏ, ਸਰੀਰ ਜਿਹੜਾ ਉਹ ਖਿੜ ਜਾਂਦਾ ਹੈ। ਸਰੀਰ ਰੂਪੀ ਜੰਗਲ ਖੇੜੇ ਦੇ ਵਿੱਚ ਆ ਜਾਂਦਾ, ਹਰਿਆ ਭਰਿਆ। ਤਿੰਨ ਕਹੀਏ ਕਿ ਜਿਹੜੀਆਂ ਅੰਦਰ ਇੰਦਰੀਆਂ ਹੈ ਨਾ, ਸਰੀਰ ਦੇ ਵਿੱਚ ਇੰਦਰੇ ਹੈ, ਇਹ ਵੀ ਤਿੰਨ ਕੀ, ਇਹ ਵੀ ਖਿੜ ਜਾਂਦੇ ਨੇ, ਇਹ ਵੀ ਖੜਾ ਦੇ ਵਿੱਚ ਆ ਜਾਂਦੇ, ਖੇੜੇ ਦੇ ਵਿੱਚ ਆ ਜਾਂਦੇ ਨੇ। ਜਦੋਂ ਨਾਮ ਦਾ ਮੀਂਹ ਪਾਉਂਦਾ, ਪ੍ਰਭ ਸੰਗ ਮੌਲਿਆ, ਜਦੋਂ ਪ੍ਰਭੂ ਦੇ ਨਾਲ ਸੰਗ ਹੁੰਦਾ ਨਾਮ ਦਾ, ਉਦੋਂ ਫਿਰ ਮੌਲੇ ਅੱਗੇ ਖਿੜ ਜਾਂਦਾ ਹੈ। ਤੇ ਜਵਾਹੇ ਦੀ ਤਰ੍ਹਾਂ, ਜਿਸ ਤਰ੍ਹਾਂ ਕਹਿੰਦੇ ਕਿ ਨਾਮ ਦਾ ਮੀਂਹ ਪੈਂਦਾ ਤੇ ਜਵਾਹਾ ਖੜ ਗਿਆ, ਜਿਹੜਾ ਸੜ ਜਾਂਦਾ ਹੈ। ਕਹਿੰਦੇ ਕਿ ਇਸ ਤਰ੍ਹਾਂ ਜਿਹੜਾ ਨਿੰਦਕ ਹੁੰਦਾ ਨਾ, ਗੁਰੂ ਘਰ ਦਾ ਨਿੰਦਕ, ਗੁਰੂ ਕੀ ਸੰਗਤ ਦੀ ਨਿੰਦਿਆ ਕਰਨ ਵਾਲਾ, ਧਰਮ ਨੂੰ ਨਿੰਦਣ ਵਾਲਾ, ਕਹਿੰਦੇ ਕਿ ਉਹਨੂੰ ਫਿਰ ਗੁਰੂ ਰੂਪੀ ਬੱਦਲ ਦਾ ਜਿਹੜਾ ਨਾਮ ਰੂਪੀ ਉਪਦੇਸ਼ ਮੀਂਹ ਪੈਂਦਾ, ਉਹਨੂੰ ਜਿਹੜਾ ਨਾ ਉਹ ਚੰਗਾ ਨਹੀਂ ਲੱਗਦਾ, ਉਹ ਵੇਖ ਕੇ ਸੜ ਜਾਂਦਾ, ਸੜ ਬਲ ਜਾਂਦਾ, ਈਰਖਾ ਦੇ ਵਿੱਚ ਆ ਜਾਂਦਾ ਹੈ। ਕਹਿੰਦੇ ਕਿ ਇਸੇ ਤਰ੍ਹਾਂ ਅੱਗ ਦੀ ਤਰ੍ਹਾਂ ਜਿਹੜੇ ਈਰਖਾ ਕਰਨ ਵਾਲੇ ਲੋਕ ਨੇ ਨਾ, ਸਾਗਤ, ਜਿਹੜੇ ਆਪ ਗੁਰੂ ਦੇ ਨਾਲ ਟੁੱਟੇ ਹੁੰਦੇ ਨੇ ਤੇ ਹੋਰਨਾਂ ਨੂੰ ਗੁਰੂ ਦੇ ਨਾਲ ਤੋੜ ਦਿੰਦੇ, ਸਾਗਤ ਲੋਕ ਬੰਦੇ, ਉਹ ਅੱਗ ਦੀ ਤਰ੍ਹਾਂ ਉਹ ਵੀ ਝੜ ਜਾਂਦੇ ਨੇ, ਉਹ ਵੀ ਸੜ ਜਾਂਦੇ ਨੇ। ਗੁਰੂ ਦਾ ਪ੍ਰਤਾਪ ਵੇਖ ਕਰਕੇ ਉਹ ਜਰਦੇ ਨਹੀਂ ਨਾ, ਸੜਦੇ ਆ। ਪਰ ਜਿਹੜੇ ਗੁਰ ਸਿੱਖ ਸੰਤ ਭਗਤ, ਗੁਰੂ ਦੀਆਂ ਸੰਗਤਾਂ, ਗੁਰੂ ਮਹਾਰਾਜ ਜੀ ਦੇ ਨਾਮ ਨੂੰ ਜਦੋਂ ਸੁਣਦੀਆਂ ਨੇ ਨਾ, ਉਹ ਜੰਗਲ ਦੀ ਤਰ੍ਹਾਂ, ਘਾਹ ਦੀ ਤਰ੍ਹਾਂ, ਮੀਂਹ ਪੈਣ ਦੀ ਤਰ੍ਹਾਂ ਖੇੜੇ ਦੇ ਵਿੱਚ ਆ ਜਾਂਦੇ ਨੇ। ਕਿਉਂ ਕਰਕੇ ਸਮਰੱਥ ਪੁਰਖ ਅਪਾਰ, ਜਿਹੜਾ ਵਾਹਿਗੁਰੂ ਪਰਮੇਸ਼ਰ ਕੋ ਪਾਰਾਵਾਰ ਤੋਂ ਰਹਿਤ ਹੈ, ਉਹ ਸਮਰੱਥ ਹੈ, ਉਹ ਹਰ ਕਰਮਾਂ ਦੇ ਕਾਰਨ ਕਰਨ ਵਾਲਾ ਪੁਰਖ, ਉਹ ਹਰ ਕਿਸੇ ਦੇ ਵਿੱਚ ਰਮਿਆ ਹੋਇਆ ਹੈ। ਪੂ ਨਾਮ ਹੈ ਨਰਕਾਂ ਦਾ ਰੱਖ, ਜਿਹੜਾ ਨਰਕਾਂ ਤੋਂ ਬਚਾਉਣ ਵਾਲਾ, ਨਰਕਾਂ ਤੋਂ ਰੱਖਣ ਵਾਲਾ, ਉਹਦਾ ਨਾਮ ਹੈ ਪੁਰਖ। ਉਹ ਪਰਮੇਸ਼ਰ ਪੁਰਖ ਹੈ, ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ, ਉਹ ਅਪਾਰਾਵਾਰ ਤੋਂ ਰਹਿਤ ਹੈ। ਇਸ ਵਾਸਤੇ ਜਦੋਂ ਉਹ ਨਾਮ ਰੂਪੀ ਮੀਂਹ ਪਾਉਂਦਾ ਹੈ, ਸੰਗਤ ਦੇ ਦੁਆਰਾ ਕੀਰਤਨ ਦਾ ਰੂਪ ਮੀਂਹ ਪੈਂਦਾ ਹੈ, ਬਾਣੀ ਦੀ ਕਥਾ ਜਾਪ ਦਾ ਜਦੋਂ ਮੀਂਹ ਪੈਂਦਾ ਹੈ, ਫਿਰ ਸਿੱਖਾਂ ਦੇ ਜਿਹੜੇ ਸਰੀਰ ਰੂਪੀ ਹਿਰਦੇ, ਇੰਦਰੀਆਂ ਜਿਹੜੀਆਂ ਖਿੜ ਜਾਂਦੀਆਂ ਨੇ, ਮੌਲ ਦੇ ਵਿੱਚ ਆ ਜਾਂਦੀਆਂ ਨੇ, ਖੇੜੇ ਦੇ ਵਿੱਚ ਆ ਜਾਂਦੀਆਂ ਨੇ। ਸਾਉਣ ਦੇ ਮਹੀਨੇ ਦੇ ਦੁਆਰਾ ਹਰ ਮਿਲ ਨੈਣ ਮਨ ਲੋਚਦਾ, ਕਰਮ ਮਿਲਾਵਣ ਹਾਰ। ਕਹਿੰਦੇ ਕਿ ਜਦੋਂ ਫਿਰ ਨਾਮ ਦਾ ਮੀਂਹ ਪੈਂਦਾ ਹੈ ਨਾ, ਤੇ ਫਿਰ ਐਸਾ ਨਾਮ ਦਾ ਪ੍ਰਤਾਪ ਹਿਰਦੇ ਦੇ ਉੱਤੇ ਆਉਂਦਾ ਹੈ ਕਿ ਉਹਦੇ ਮਨ ਦੇ ਵਿੱਚ ਪਰਮੇਸ਼ਰ ਨੂੰ ਮਿਲਣ ਦੀ ਜਿਹੜੀ ਤਾਂਘ ਪ੍ਰਗਟ ਹੋ ਜਾਂਦੀ ਕਿ ਹੁਣ ਮੈਂ ਪਰਮੇਸ਼ਰ ਨੂੰ ਮਿਲਾਂ। ਇਹ ਜਿਹਦਾ ਨਾਮ ਹੈ, ਜਿਹਦੇ ਨਾਮ ਦੇ ਵਿੱਚ ਇੰਨੀ ਰਸ ਹੈ, ਇੰਨੀ ਤਾਕਤ ਹੈ, ਇੰਨੀ ਸ਼ਕਤੀ, ਇੰਨੀ ਬਰਕਤ ਹੈ,
ਤੇ ਮੈਂ ਹੁਣ ਉਸ ਪਰਮੇਸ਼ਰ ਨੂੰ ਵੀ ਮਿਲਾਂ। ਕਹਿੰਦੇ ਕਿ ਹਰ ਮਿਲਣੇ ਨੂੰ ਮਨ ਲੋਚਦਾ, ਫਿਰ ਪਰਮੇਸ਼ਰ ਨੂੰ ਮਿਲਣ ਨੂੰ ਲੋਚਦਾ ਮਨ, ਕਿ ਮੇਰਾ ਮਨ ਲੋਚਿਆ ਗੁਰ ਦਰਸ਼ਨ ਤਾਈ, ਬਿਲਬ ਕਰੇ ਚਾਤ੍ਰਿਕ ਕੀ ਨਿਆਈ, ਤ੍ਰਿਖਾ ਨਾ ਉਤਰੈ ਸਾਤ ਨ ਆਵੇ, ਬਿਨ ਦਰਸ਼ਨ ਸੰਤ ਪਿਆਰੇ ਜੀ। ਫਿਰ ਦਰਸ਼ਨਾਂ ਤੋਂ ਬਗੈਰ ਜਿਹੜੀ ਹੈ ਨਾ ਉਹ ਸ਼ਾਂਤੀ ਨਹੀਂ ਆਉਂਦੀ। ਤੇ ਇੱਥੇ ਮਹਾਰਾਜ ਕਹਿੰਦੇ ਕਰਮ ਮਿਲਾਵਣ ਹਾਰ, ਗੁਰੂ ਮਹਾਰਾਜ ਮਿਲ ਸਕਦੇ ਨੇ। ਅਕਾਲ ਪੁਰਖ ਵਾਹਿਗੁਰੂ ਦਾ ਮਿਲਾਪ ਹੋ ਸਕਦਾ ਹੈ ਕਿ ਜਦੋਂ ਕਰਮ ਕੀ ਆਪਦੀ ਕਿਰਪਾ ਕਰਦੇ ਨੇ, ਜਦੋਂ ਪੂਰੇ ਗੁਰੂ ਦਾ ਮਿਲਾਪ ਹੋ ਜਾਵੇ ਤੇ ਪੂਰਾ ਗੁਰੂ ਆਪਣੇ ਸਿੱਖ ਦੇ ਉੱਤੇ ਕਿਰਪਾ ਕਰ ਦੇਵੇ ਤੇ ਮਿਲਾਵਣਹਾਰ, ਉਹ ਫਿਰ ਮਿਲਾਵਣਹਾਰ ਹੋ ਜਾਂਦਾ। ਉਹ ਗੁਰੂ ਪਰਮੇਸ਼ਰ ਜਿਹੜਾ ਮਿਲਾਹ ਰੂਪ ਹੈ, ਉਹ ਪਰਮੇਸ਼ਰ ਨੂੰ ਜਾ ਕੇ ਜੀਵ ਨੂੰ, ਆਪਣੇ ਪਿਆਰੇ ਨੂੰ ਮਿਲਾ ਦਿੰਦਾ ਹੈ, ਜਿਹਦਾ ਫਿਰ ਮਨ ਲੋਚਦਾ ਕਿ ਹੁਣ ਮੈਂ ਗੁਰੂ ਨੂੰ ਮਿਲਾਂ, ਜਿਨੀ ਸਕੀਏ ਪ੍ਰਭ ਪਾਇਆ। ਕਹਿੰਦੇ ਜਿਨ੍ਹਾਂ ਮਹਾਤਮਾ ਸਖੀਆਂ ਨੇ, ਸੰਤਾਂ ਮਹਾਂਪੁਰਖਾਂ ਨੇ, ਗੁਰਸਿੱਖਾਂ ਨੇ ਪਰਮੇਸ਼ਰ ਦੀ ਸੰਗਤ ਕਰਕੇ, ਨਾਮ ਜਪ ਕਰਕੇ ਪ੍ਰਭੂ ਦੀ ਪ੍ਰਾਪਤੀ ਕੀਤੀ ਹੈ ਨਾ, ਜਿਨ੍ਹਾਂ ਨੇ ਆਪਣੇ ਹਿਰਦੇ ਦੇ ਵਿੱਚ ਸਖਿਆਤ ਕੀਤਾ ਹੈ, ਕਹਿੰਦੇ ਹਾਂ ਤਿਨ ਕੈ ਸਦ ਬਲਿਹਾਰ। ਗੁਰੂ ਅਰਜਨ ਦੇਵ ਜੀ ਕਹਿੰਦੇ ਅਸੀਂ ਉਹਨਾਂ ਗੁਰਸਿੱਖਾਂ ਤੋਂ ਬਲਿਹਾਰ ਜਾਂਦੇ ਹਾਂ, ਉਹਨਾਂ ਸੰਤਾਂ ਭਗਤਾਂ ਤੋਂ ਬਲਿਹਾਰ ਜਾਂਦੇ ਹਾਂ। ਜਦੋਂ ਬਾਬਾ ਬੁੱਢਾ ਸਾਹਿਬ ਜੀ ਗੁਰੂ ਅਰਜਨ ਦੇਵ ਜੀ ਦੇ ਸਾਹਮਣੇ ਹੋਇਆ ਕਰਦੇ ਸੀ ਨਾ, ਇੰਨਾ ਅੰਮ੍ਰਿਤ ਦਾ ਸੋਮਾ ਸਤਿਗੁਰਾਂ ਦੇ ਹਿਰਦੇ ਦੇ ਵਿੱਚ ਪ੍ਰਗਟ ਹੋ ਜਾਂਦਾ ਸੀ, ਬਾਣੀ ਦੇ ਸ਼ਬਦ ਪ੍ਰਕਾਸ਼ ਹੋ ਜਾਂਦੇ ਸੀ। ਹਮ ਸੰਤਨ ਕੀ ਰੇਨ ਪਿਆਰੇ, ਹਮ ਸੰਤਨ ਕੀ ਸਰਨਾ, ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ, ਹਮ ਸੰਤਨ ਸੋ ਬਣਿਆਈ, ਪੂਰਬ ਲਿਖਿਆ ਪਾਈ, ਇਹੋ ਮਨ ਤੇਰਾ ਪਾ। ਕਹਿੰਦੇ ਕਿ ਮਹਾਤਮਾ ਦੀ ਉਸਤਤ ਦੇ ਵਿੱਚ, ਵਡਿਆਈ ਦੇ ਵਿੱਚ, ਬ੍ਰਹਮ ਗਿਆਨੀਆਂ ਦੀ ਵਡਿਆਈ ਦੇ ਵਿੱਚ ਮਹਾਰਾਜ ਜੀ ਸ਼ਬਦ ਉਚਾਰਨੇ ਸ਼ੁਰੂ ਕਰ ਦਿੰਦੇ ਸੀ ਜਦੋਂ ਬਾਬਾ ਬੁੱਢਾ ਸਾਹਿਬ ਜੀ ਨੂੰ ਵੇਖਦੇ ਸੀ। ਤੇ ਇੱਥੇ ਮਹਾਰਾਜ ਕਹਿੰਦੇ ਜਿਨੀ ਸਖੀਏ ਪ੍ਰਭ ਪਾਇਆ, ਹਉ ਤਿਨ ਕੈ ਸਤ ਬਲਿਹਾਰ। ਭਾਈ ਗੁਰਦਾਸ ਜੀ ਵਰਗੇ, ਬਾਬਾ ਬੁੱਢਾ ਸਾਹਿਬ ਜੀ ਵਰਗੇ, ਭਾਈ ਮੰਝ ਜੀ ਵਰਗੇ, ਭਾਈ ਬਹਿਲੋ ਵਰਗੇ, ਭਾਈ ਪਾਰੋ ਵਰਗੇ, ਇਹਨਾਂ ਗੁਰੂ ਦੀਆਂ ਸਿੱਖਾਂ ਨੇ, ਸਖੀਆਂ ਨੇ, ਜਿਨ੍ਹਾਂ ਨੇ ਪਰਮੇਸ਼ਰ ਦੀ ਪ੍ਰਾਪਤੀ ਕੀਤੀ ਹੈ ਨਾ, ਇਹਨਾਂ ਗੁਰਸਿੱਖਾਂ ਨੇ ਮਹਾਰਾਜ ਕਹਿੰਦੇ ਅਸੀਂ ਇਹਨਾਂ ਤੋਂ ਬਲਿਹਾਰ ਜਾਂਦੇ, ਆਪਣਾ ਵਾਰ ਕੁਰਬਾਨ ਕਰਦੇ ਹੈ। ਗੁਰੂ ਕੇ ਸਿੱਖੋ, ਤੁਸੀਂ ਵੀ ਇਹਨਾਂ ਮਹਾਨ ਸਿੱਖਾਂ ਤੋਂ ਜਿਹੜਾ ਵਾਰ ਨੇ ਜਾਇਆ ਕਰੋ, ਜਿਨ੍ਹਾਂ ਨੇ ਪਰਮੇਸ਼ਰ ਦੀ ਪ੍ਰਾਪਤੀ ਕੀਤੀ ਹੈ। ਹਰ ਜੀ ਨਾਨਕ ਹਰ ਜੀ ਮਇਆ ਕਰ, ਸ਼ਬਦ ਸਵਾਰਨਹਾਰ। ਹੁਣ ਮਹਾਰਾਜ ਜੀ ਆਪਾਂ ਨੂੰ ਬੇਨਤੀ ਕਰਨ ਦਾ ਢੰਗ ਦੱਸ ਰਹੇ ਨੇ। ਕਹਿੰਦੇ ਨੇ ਕਿ ਇਸ ਤਰ੍ਹਾਂ ਗੁਰੂ ਦੇ ਚਰਨਾਂ ਦੇ ਵਿੱਚ ਆਣ ਕੇ ਬੇਨਤੀ ਕਰਿਆ ਕਰੋ। ਸਾਉਣ ਦੇ ਮਹੀਨੇ ਦੇ ਦੁਆਰਾ ਇਹ ਅਕਾਲ ਪੁਰਖ ਮਹਾਰਾਜ ਇਹ ਸਾਰਿਆਂ ਨੂੰ ਹਰਿਆ ਭਰਿਆ ਕਰਨ ਵਾਲੇ ਸਾਡੇ ਉੱਤੇ ਮਇਆ ਕਰੋ। ਮਇਆ ਨਾਮ ਹੁੰਦਾ ਕਿਰਪਾ ਦਾ, ਕਿ ਸਾਡੇ ਉੱਤੇ ਕਿਰਪਾ ਕਰੋ। ਸ਼ਬਦ ਸਵਾਰਨਹਾਰ, ਸਾਨੂੰ ਆਪਣਾ ਨਾਮ ਰੂਪੀ ਉਪਦੇਸ਼ ਜਿਹੜਾ ਸ਼ਬਦ ਦੇ ਕਰਕੇ ਨਾ ਜਿਹੜਾ ਜੋੜ ਕੇ ਸਵਾਰਨਾ ਕਰੋ। ਸਾਡਾ ਵੀ ਲੋਕ ਪਰਲੋਕ ਜਿਹੜਾ ਸਵਾਰਨਾ ਕਰੋ। ਸਾਵਣ ਤਿਨਾ ਸੁਹਾਗਣੀ, ਜਿਨ ਰਾਮ ਨਾਮ ਉਰਹਾਰ। ਅਖੀਰਲੀ ਪੰਕਤੀ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਕਿ ਸਾਵਣ ਦੇ ਮਹੀਨੇ ਦੇ ਦੁਆਰਾ ਤਿੰਨਾਂ ਸੁਹਾਗਣੀ, ਉਹਨਾਂ ਦਾ ਮਹੀਨਾ ਜਿਹੜਾ ਹੈ ਸੁਹਾਗਣੀ, ਕਿਉਂਕਿ ਸ਼ੋਭਨੀਕ ਹੈ। ਸਾਵਣ ਦਾ ਮਹੀਨਾ ਉਹਨਾਂ ਵਾਸਤੇ ਬੜਾ ਚੰਗਾ ਹੈ, ਉਹਨਾਂ ਵਾਸਤੇ ਬੜਿਆ ਭਾਗਾਂ ਭਰਿਆ ਮਹੀਨਾ ਚੰਗਾ ਹੈ। ਜਿਨ ਰਾਮ ਨਾਮ ਉਰਹਾਰ, ਜਿਨ੍ਹਾਂ ਨੇ ਨਾਮ ਦਾ ਹਾਰ ਆਪਣੇ ਹਿਰਦੇ ਰੂਪੀ ਗਲੇ ਦੇ ਵਿੱਚ ਪਾਇਆ ਹੈ। ਕਿਉਂ ਕਰਕੇ ਵੀ ਆਪਣੇ ਸਵਾਸ ਚੱਲ ਰਹੇ ਨਾ, ਇਹ ਸੂਤ ਦੀ ਨਿਆਈ ਹੈ ਤੇ ਇਹਨਾਂ ਦੇ ਵਿੱਚ ਆਪਾਂ ਮਾਲਾ ਪਰਾਉਣੀ ਹੈ। ਤੇ ਮੋਤੀ ਕਿਹੜੇ ਪਰਾਉਣੇ ਨੇ? ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਦੋਂ ਆਪਾਂ ਨਾਮ ਜਪਾਂਗੇ ਨਾ, ਇਹ ਸਵਾਸਾਂ ਰੂਪੀ ਧਾਗੇ ਦੇ ਵਿੱਚ, ਸੂਤ ਦੇ ਵਿੱਚ ਇਹ ਮੰਨੋ ਕਿ ਪਰੋਏ ਜਾਣਗੇ ਵਾਹਿਗੁਰੂ ਦੇ ਜਿਹੜੇ ਨਾਮ ਦੇ ਮੋਤੀ ਹੈ, ਤੇ ਹਾਰ ਬਣ ਜਾਵੇਗਾ। ਤੇ ਜਦੋਂ ਆਪਾਂ ਵਾਹਿਗੁਰੂ ਕਹਿਣਾ ਨਾ, ਉਹ ਗਲੇ ਤੋਂ ਕਹਿਣਾ ਹੈ। ਤੇ ਇੱਥੇ ਮਹਾਰਾਜ ਕਹਿੰਦੇ ਕਿ ਉਹ ਗਲਾ ਕਿਹੜਾ? ਉਰਹਾਰ, ਜਿਹੜਾ ਹਿਰਦਾ ਹੈ ਨਾ, ਇਹ ਹਿਰਦਾ ਰੂਪੀ ਗਲਾ ਹੈ। ਇਹਦੇ ਵਿੱਚ ਸਵਾਸ ਚੱਲਦੇ ਨੇ,
ਉਹ ਮਾਨੋ ਧਾਗਾ ਹੈ, ਤੇ ਆਪਾਂ ਹਾਰ ਕਿਹੜਾ ਪਰਾਉਣਾ, ਵਾਹਿਗੁਰੂ 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 ਕਹਿ ਕੇ ਉਹ ਸਵਾਸਾ ਰੂਪੀ ਧਾਗੇ ਦੇ ਵਿੱਚ ਇਹ ਨਾਮ ਰੂਪੀ ਮੋਤੀ ਪਰੋੜਿਆ। ਇਹ ਜਿਹੜਾ ਨਾਮ ਦਾ ਹਾਰ ਹੈ ਨਾ, ਇਹ ਗੱਲ ਦੇ ਵਿੱਚ ਪਾਉਣਾ ਹੈ। ਤੇ ਫਿਰ ਉਹਨਾਂ ਵਾਸਤੇ ਜਿਹੜਾ ਸਾਉਣ ਦਾ ਮਹੀਨਾ ਨਾ ਬੜਾ ਫਿਰ ਭਾਗਾਂ ਭਰੀ ਹੋਵੇਗਾ, ਬੜਾ ਉਹਨਾਂ ਵਾਸਤੇ ਸੁੱਖ ਦੇ ਹੋਵੇਗਾ। ਸਾਰੇ ਪਦਾਰਥ ਫਿਰ 4 ਪਦਾਰਥ ਦੇਤ ਨਾ ਬਾਰ, ਧਰਮ ਅਰਥ ਅਰ ਕਾਮ ਮੋਖ, 4 ਪਦਾਰਥ ਦੇਤ ਨਾ ਬਾਰ। ਜਿਹੜੇ 4 ਪਦਾਰਥ ਨੇ, ਧਰਮ ਤੇ ਅਰਥ ਤੇ ਕਾਮ ਤੇ ਮੋਖ, ਇਹ ਜਿਹਨੂੰ ਮਿਲ ਜਾਣ ਉਹ ਦੋਹਾਂ ਲੋਕਾਂ ਦੇ ਸੁੱਖ ਮਿਲ ਜਾਂਦੇ। ਐਸ ਲੋਕ ਦਾ ਵੀ ਸੁੱਖ ਤੇ ਪ੍ਰਲੋਕ ਦਾ ਵੀ ਸੁੱਖ ਇਹਨਾਂ 4 ਪਦਾਰਥਾਂ ਦੇ ਵਿੱਚ। ਜੇ ਕੋ 4 ਪਦਾਰਥ ਜੇ ਕੋ ਮੰਗੈ, ਸਾਧ ਜਨਾਂ ਕੀ ਸੇਵਾ ਲਾਗੈ। ਜੇ ਕੋ ਆਪਣਾ ਦੁੱਖ ਮਿਟਾਵੈ, ਹਰ ਹਰ ਨਾਮ ਹਿਰਦੈ ਸਦ ਧਿਆਵੈ। ਜੇ ਕੋ ਆਪਣੀ ਸੋਭਾ ਲੋਰੈ, ਸਾਧ ਸੰਗ ਇਹ ਹਉਮੈ ਛੋਰੈ। ਜੇ ਕੋ ਜਨਮ ਮਰਨ ਤੇ ਡਰੈ, ਸਾਧ ਜਨਾਂ ਕੀ ਸਰਣੀ ਪਰੈ। ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਕੇ ਬਲ ਬਲ ਜਸ। ਇਹ 4 ਪਦਾਰਥ ਇਹ ਗੁਰੂ ਕੀ ਸੰਗਤ ਦੇ ਵਿੱਚੋਂ ਮਿਲਦੇ ਨੇ। ਤੇ ਇੱਥੇ ਮਹਾਰਾਜ ਕਹਿੰਦੇ ਜਿਹਨੇ ਸਵਾਸਾ ਰੂਪੀ ਧਾਗੇ ਦੇ ਵਿੱਚ ਵਾਹਿਗੁਰੂ 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 ਕਹਿ ਕਰਕੇ ਉਹਦੇ ਮੋਤੀ ਪਰੋ ਰਿਹਾ ਨਾ, ਹਿਰਦੇ ਦੇ ਵਿੱਚ ਨਾਮ ਦਾ ਹਾਰ ਪਾ ਰਿਹਾ, ਉਹਦੇ ਵਾਸਤੇ ਸਾਉਣ ਦਾ ਮਹੀਨਾ ਜਿਹੜਾ ਬੜਾ ਭਾਗਾਂ ਵਾਲਾ ਤੇ ਸੁੱਖ ਵਾਲਾ। ਐਸਾ ਉਪਦੇਸ਼ ਅੱਜ ਦੇ ਮਹੀਨੇ ਦੇ ਦੁਆਰਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਆ ਹੈ। ਗੁਰੂ ਕਾ ਜਸ ਅਗਾਧ ਬੋਧ ਹੈ, ਸਮੁੰਦਰ ਦੀ ਨਿਆਈ ਹੈ। ਤੁਸ਼ ਬੁੱਧੀ ਦੇ ਨਾਲ ਬੇਨਤੀਆਂ ਕੀਤੀਆਂ, ਗੁਰੂ ਸਾਹਿਬ ਜੀ ਬਖਸ਼ਯੋਗ ਬਖਸ਼ ਲੈਣਾ। ਅੰਮ੍ਰਿਤ ਛਕੀਏ ਗੁਰੂ ਵਾਲੇ ਬਣੀਏ, ਬਾਣੀ ਬਣ ਦੇ ਧਾਰਨਿਕ ਹੋ ਕਰਕੇ ਚੜ੍ਹਦੀ ਕਲਾ ਦੇ ਨਾਲ ਸੋ ਆਪਣਾ ਜੀਵਨ ਬਤੀਤ ਕਰਨਾ ਕਰੀਏ ਜੀ। ਅਖੀਰਲੀਆਂ ਪੰਕਤੀਆਂ ਦਾ ਜਾਪ ਹੋ ਕਰਕੇ ਫਿਰ ਸਮਾਪਤੀ ਹੈ ਜੀ। ਨਾਨਕ ਹਰਿ ਜੀ ਮਇਆ ਕਰ, ਸ਼ਬਦ